ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸ਼ੁਰੂਆਤ ਕਰਾਂਗੇ ਅਸੀਂ ਕਿਸਾਨਾਂ ਤੋਂ ਕਿ ਅੱਜ 23 ਤਰੀਕ ਹੈ ਤੇ ਕਿਸਾਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਣ ਵਾਲੀ ਹੈ। ਇਹ ਮੀਟਿੰਗ ਇਸ ਲਈ ਖਾਸ ਹੈ ਕਿਉਂਕਿ ਇੱਕ ਦੋ ਵਾਰ ਪਹਿਲਾਂ ਜਿਹੜਾ ਸਮਾਂ ਦਿੱਤਾ ਗਿਆ ਉਹਨੂੰ ਲੈ ਕੇ ਕਿਸਾਨਾਂ 'ਚ ਨਾਰਾਜ਼ਗੀ ਰਹੀ ਕਿ ਸ਼ਾਇਦ ਸਰਕਾਰ ਜਿਹੜੀ ਉਹ ਸਾਡੇ ਮੁੱਦਿਆਂ ਤੋਂ ਮਸਲਿਆਂ ਤੋਂ ਭੱਜ ਰਹੀ ਹੈ। ਪਰ ਹੁਣ ਅੱਜ ਮੀਟਿੰਗ ਦੇ ਵਿੱਚ ਕੀ ਕੁਝ ਹੋਣਾ ਹੈ ਜਾਂ ਕੀ ਕੁਝ ਰੱਖਿਆ ਜਾਣਾ ਚਾਹੀਦਾ, तमाम ਅਖਬਾਰਾਂ ਦੇ ਵਿੱਚ ਵੀ ਇਹ ਚਰਚਾ ਚੱਲ ਰਹੀ ਹੈ। तमाम ਬੁੱਧੀਜੀਵੀ ਵਿਦਵਾਨ ਇਸ ਉੱਤੇ ਚਰਚਾ ਕਰ ਰਹੇ ਨੇ ਕਿ ਕਿਸਾਨਾਂ ਨੂੰ ਹੁਣ ਅਗਲਾ ਸਟੈਂਡ ਕੀ ਲੈਣਾ ਚਾਹੀਦਾ ਜਦੋਂ ਲੋਕ ਉਹਨਾਂ ਤੋਂ ਇੱਛਾਵਾਂ ਰੱਖਦੇ ਨੇ ਕਿ ਉਹ ਸਿਆਸਤ ਦੇ ਵਿੱਚ ਆਉਣ ਜਾਂ ਕਿਸੇ ਵੀ ਢੰਗ ਦੇ ਨਾਲ ਪੰਜਾਬ ਜਦੋਂ ਬਦਲਾਅ ਵਾਲੇ ਪਾਸੇ ਜਾਣਾ ਚਾਹੁੰਦਾ ਤਾਂ ਕਿਸਾਨ ਆਗੂ ਇਸ ਵਿੱਚ ਆਪਣੀ ਭੂਮਿਕਾ ਨਿਭਾਉਣ। ਗੱਲ ਅਸੀਂ ਸਿਆਸਤ ਦੀ ਕਰਾਂਗੇ। ਸਿਆਸਤ ਸਾਰੀਆਂ ਪਾਰਟੀਆਂ ਦੀ ਜਿਸ ਤਰੀਕੇ ਦੇ ਨਾਲ ਲੋਕ ਲੁਭਾਉਣੇ ਵਾਅਦੇ ਲੋਕਾਂ ਦੇ ਉੱਤੇ ਜਿਸ ਤਰੀਕੇ ਨਾਲ ਡਾਂਗ ਮਾਰ ਤਰੀਕੇ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਕਦੇ ਕਿਤੇ ਡਾਂਗ ਫਿਰ ਜਾਂਦੀ ਹੈ, ਕਦੇ ਕਿਤੇ ਬੇਰੁਜ਼ਗਾਰਾਂ ਦੀ ਕੁੱਟਮਾਰ ਹੋ ਰਹੀ ਹੈ। ਪਰ ਰੋਜ਼ਗਾਰ ਨੂੰ ਕੋਈ ਵੀ ਚੋਣਾਂ ਦੇ ਵਿੱਚ ਮੁੱਦਾ ਬਣਾਉਂਦਾ ਨਜ਼ਰ ਨਹੀਂ ਆ ਰਿਹਾ ਉਸ ਪੱਧਰ ਦੇ ਉੱਤੇ ਜਿਸ ਪੱਧਰ ਤੇ ਬਣਨਾ ਚਾਹੀਦਾ। ਜਿੰਨੀ ਚਰਚਾ ਬੇਅਦਬੀ ਦੇ ਮਸਲੇ ਦੀ ਹੈ, ਜਿੰਨੀ ਚਰਚਾ ਨਸ਼ਿਆਂ ਦੇ ਮਸਲੇ ਦੀ ਹੈ, ਉਨੀ ਚਰਚਾ ਰੋਜ਼ਗਾਰ ਦੀ ਵੀ ਹੋਣੀ ਚਾਹੀਦੀ ਹੈ। ਨਾਲੋਂ ਨਾਲ ਉਨੀ ਚਰਚਾ ਸਿਹਤ ਦੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਸਰਕਾਰ ਕਹਿੰਦੀ ਆ ਕਿ ਜਦੋਂ ਤੱਕ ਤੁਸੀਂ 2 ਵੈਕਸੀਨ ਨਹੀਂ ਲਵਾਉਂਦੇ, ਸਰਕਾਰੀ ਮੁਲਾਜ਼ਮਾਂ ਨੂੰ ਇਹ ਹੁਕਮ ਜਾਰੀ ਕੀਤੇ ਕਿ ਤੁਹਾਨੂੰ ਟੀਕੇ ਨਾ ਲੱਗੇ ਹੋਣ ਦੀ ਸੂਰਤ 'ਚ ਤਨਖਾਹ ਨਹੀਂ ਮਿਲਣੀ। ਹਰਿਆਣੇ ਵਾਲਿਆਂ ਨੇ ਵੀ ਕਹਿਤਾ ਕਿ ਲੋਕ 2-2 ਟੀਕੇ ਲਗਵਾਉਣ ਤਾਂ ਹੀ ਬੱਸਾਂ ਦੇ ਵਿੱਚ ਸਫ਼ਰ ਕਰਾਂਗੇ, ਤਾਂ ਹੀ ਹੋਰ ਉੱਥੇ ਜਿਹੜੇ ਰੂਲ ਰੈਗੂਲੇਸ਼ਨ ਉਹਨਾਂ ਨੇ ਨਵੇਂ ਪਾਸ ਕੀਤੇ ਨੇ। ਇਹ ਸਭ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਵਿਕਰਮ ਸਿੰਘ ਮਜੀਠੀਆ ਕਿਸ ਤਰ੍ਹਾਂ ਗ੍ਰਿਫਤ ਤੋਂ ਬਾਹਰ ਨੇ, ਜਦਕਿ ਅਕਾਲੀ ਦਲ ਇਹ ਗੱਲ ਕਹਿੰਦਾ ਹੈ ਕਿ ਉਹ ਮਜੀਠੇ ਦੇ ਵਿੱਚ ਹੀ ਬੈਠੇ ਨੇ। ਨਾਲੋਂ ਨਾਲ ਇਹ ਵੀ ਕਹਿੰਦੇ ਨੇ ਕਿ ਅਸੀਂ 24 ਤਰੀਕ ਨੂੰ 24 ਦਸੰਬਰ ਨੂੰ ਪੰਜਾਬ ਭਰ ਵਿੱਚ ਵੱਡੇ ਪ੍ਰਦਰਸ਼ਨ ਕਰਾਂਗੇ ਜਿਸ ਤਰੀਕੇ ਨਾਲ ਸਰਕਾਰ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਪਈ ਹੈ ਜਾਂ ਅਕਾਲੀ ਦਲ ਪਿੱਛੇ ਪਈ ਹੈ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਪ੍ਰੋਫੈਸਰ। ਕਿਸਾਨਾਂ ਦੀ ਮੀਟਿੰਗ, ਆਸਾਂ ਤੇ ਉਮੀਦਾਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਨੂੰ ਲੱਗਦਾ ਕਿ ਕਿਸਾਨ ਮੁੜ ਕੇ ਉਸ ਰਸਤੇ ਤੇ ਆ ਗਏ ਆ ਜਿੱਥੇ ਕਿਸਾਨਾਂ ਨੂੰ ਹੋਣਾ ਚਾਹੀਦਾ। 3 ਜਿਹੜੇ ਕਾਲੇ ਕਾਨੂੰਨ ਜਿਨ੍ਹਾਂ ਦੇ ਤੇ 1 ਸਾਲ ਪੂਰਾ ਲਗਾਤਾਰ ਉਹਨਾਂ ਨੇ ਸਟਰਗਲ ਕੀਤਾ, ਉਸ ਤੋਂ ਸੁਖਵਿੰਦਰ ਜਿੱਤ ਜਿਹੜੀ ਹੋਈ ਆ ਉਹ 3 ਕਾਲੇ ਕਾਨੂੰਨ ਵਾਪਸ ਕਰਾਉਣ ਲਈ ਹੋਈ ਆ। ਉਹਦੇ ਨਾਲ ਰਿਲੇਟਡ ਕਈ ਵਾਰੀ ਹੋ ਸਕਦਾ ਅਜੇ ਇਹੋ ਜਿਹਾ ਵੀ ਰੇੜ ਕੇ ਕੋਈ ਨਾ ਕੋਈ ਪੈਣ, ਭਾਵੇਂ ਉਹ ਯੂਪੀ 'ਚ ਜਾਂ ਕਿਤੇ ਹੋਰ, ਕਿ ਬਹੁਤ ਸਾਰੇ ਕੇਸ ਅਜੇ ਵਾਪਸ ਨਾ ਹੋਏ ਹੋਣ। ਜੇ ਹੋ ਗਏ ਆ ਤੇ ਚੰਗੀ ਗੱਲ ਆ। ਇਸੇ ਤਰੀਕੇ ਨਾਲ ਜਿਹੜੀ ਖੇਤੀ ਦੇ ਵਿੱਚ ਸੰਕਟ ਹੈਗਾ ਉਹ 3 ਕਾਲੇ ਕਾਨੂੰਨਾਂ ਕਰਕੇ ਥੋੜੀ ਹੈ। ਉਹ ਤੇ ਬੜੀ ਦੇਰ ਦਾ ਚੱਲਿਆ ਆ ਰਿਹਾ, ਪਿਛਲੇ 20 ਸਾਲ ਤੋਂ ਸੰਕਟ ਚੱਲਿਆ ਆ ਰਿਹਾ। ਖਾਸ ਕਰਕੇ ਜਿਹੜੇ ਵੱਡੀ ਗਿਣਤੀ 'ਚ 80% ਤੋਂ ਜ਼ਿਆਦਾ ਤੇ 5 ਏਕੜ ਜਾਂ 5 ਏਕੜ ਤੋਂ ਥੱਲੇ ਵਾਲੇ ਕਿਸਾਨ ਹੈਗੇ, ਜਿਨ੍ਹਾਂ ਦਾ ਬਿਜਲੀ ਦੀਆਂ ਮੋਟਰਾਂ ਦਾ ਉਨਾ ਵੱਡਾ ਮੁੱਦਾ ਨਹੀਂ ਹੈ ਜਿੰਨਾ ਉਹਨਾਂ ਦੀ ਬੇਰੁਜ਼ਗਾਰੀ ਦਾ ਵੀ ਆ, ਨੌਜਵਾਨਾਂ ਦੀ ਸਿਹਤ ਦਾ ਵੀ ਆ, ਨੌਜਵਾਨਾਂ ਦੇ ਭਵਿੱਖ ਦਾ ਵੀ ਹੈ ਤੇ ਉਹਨਾਂ ਦੀ ਆਪਣੀ ਆਮਦਨ ਦਾ ਵੀ ਹੈ। ਜਦ ਕਿ ਉਹਨਾਂ ਨੂੰ ਵਾਜਬ ਮੁੱਲ ਜਿਹੜੀਆਂ ਕੀਮਤਾਂ ਮੰਡੀ ਦੇ ਵਿੱਚ ਸਰਕਾਰ ਜੋ ਨਿਯਮਤ ਕਰਦੀ ਉਹ ਨਹੀਂ ਪੂਰੀਆਂ ਪੁੱਗਦੀਆਂ। ਇਹ ਸਾਰੇ ਜਿਹੜੇ ਮੁੱਦੇ ਉਹਦੇ ਕਰਕੇ ਹੋਇਆ ਕੀ ਹੈ ਕਿ ਕਿਸਾਨਾਂ ਦੇ ਉੱਤੇ ਵੱਡੇ ਪੱਧਰ ਤੇ ਕਰਜ਼ਾ ਚੜਿਆ ਔਰ ਇਹ ਕਰਜ਼ਾ ਕਿਸਾਨਾਂ ਤੇ ਚੜਾਉਣ ਲਈ ਸਰਕਾਰ ਨੇ ਇੱਕ ਪਾਲਿਸੀ ਤਹਿਤ, ਜਦੋਂ ਸਾਡੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀਗੇ, ਉਹਨਾਂ ਨੇ ਇੱਕ ਪਾਲਿਸੀ ਤਹਿਤ ਇਹ ਕਰਜ਼ੇ ਵੱਡੇ ਪੱਧਰ ਤੇ ਦਿੱਤੇ ਔਰ ਉਹਦੇ ਕਰਕੇ ਕਰਜ਼ਾਈ ਕਿਸਾਨ ਕੀਤੇ ਗਏ ਆ। ਹੁਣ ਜੇ ਤੁਸੀਂ ਕਰਜ਼ਾਈ ਕੀਤੇ ਆ, ਉਹ ਕਰਜ਼ੇ ਵੀ ਦੇਤੇ ਜਿਹੜੇ ਕਿ ਕਦੀ ਵੀ, ਜਾਣੀ ਇੱਕ ਪਾਸੇ ਕਰਜ਼ੇ ਵੱਡੇ ਪੱਧਰ ਤੇ ਦੇਤੇ, ਦੂਜੇ ਪਾਸੇ ਉਹਨਾਂ ਦੀਆਂ ਲਾਹੇਵੰਦ ਕੀਮਤਾਂ ਨਹੀਂ ਦਿੱਤੀਆਂ। ਇਹਦਾ ਮਤਲਬ ਕਿਸਾਨਾਂ ਨੂੰ ਜਾਣ ਬੁੱਝ ਕੇ ਨਰਕ 'ਚ ਧੱਕਣ ਲਈ ਸਰਕਾਰ ਜ਼ਿੰਮੇਵਾਰ ਹੈਗੀ। ਤੁਸੀਂ ਉਹਨਾਂ ਕਰਜ਼ਾ ਦਿਓ ਨਾ ਜਿੰਨਾ ਉਹਨਾਂ ਨੂੰ ਆਮਦਨ ਹੈਗੀ ਆ। ਆਮਦਨ ਨਹੀਂ ਵਧਾਈ, ਉਹ ਸਿਰਫ ਲਾਰੇ ਰੱਖੇ ਕਿ ਅਸੀਂ ਸਵਾਮੀਨਾਥਨ ਦੀ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ, 1.5 ਗੁਣਾ ਕਰ ਦਾਂਗੇ, 2 ਗੁਣਾ ਕਰ ਦਾਂਗੇ, ਸਵਰਗ ਬਣਾ ਦਿਆਂਗੇ। ਇਹ ਮੋਦੀ ਜੀ ਵੀ ਕਰਦੇ ਰਹੇ, ਹੋਰਨਾਂ ਸਰਕਾਰਾਂ ਵੱਲੋਂ ਵੀ ਇਹੋ ਜਿਹੀਆਂ ਗੱਲਾਂ, ਤੇ ਕਰਨਾ ਤੇ ਕੇਂਦਰ ਨੇ ਆ। ਸਟੇਟਾਂ ਕੋਲ ਤੇ ਇੰਨਾ ਪੈਸਾ ਹੈ ਨਹੀਂ, ਕੀਤਾ ਨਹੀਂ ਗਿਆ। ਸੈਂਟਰ ਨੇ ਹੀ ਇਹ ਪਾਲਿਸੀ ਬੈਂਕਾਂ ਦੀ ਬਣਾ ਕੇ ਤੇ ਉਹਨਾਂ ਨੂੰ ਵਾਧੂ ਲੋਨ ਦੇ ਕੇ ਕਰਜ਼ੇ ਬਣਾਤੇ। ਹੁਣ ਉਹ ਅੱਜ ਗਲੇ ਦੀ ਹੱਡੀ ਬਣੇ ਹੋਏ ਆ। ਉਹ ਗੱਲ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅੱਜ ਦੀ ਮੀਟਿੰਗ 'ਚ ਆਊਗੀ, ਆਉਣੀ ਚਾਹੀਦੀ ਹੈ, ਕਿਉਂਕਿ ਕਾਂਗਰਸ ਸਰਕਾਰ ਜਦ ਸੱਤਾ 'ਚ ਆਈ ਸੀ ਤੇ ਉਹਨਾਂ ਨੇ ਕਰਜ਼ਾ ਕੁਰਕੀ
ਖਤਮ ਦੇ ਵਾਅਦੇ ਕੀਤੇ ਸੀ ਤੇ ਰੁਜ਼ਗਾਰ ਦੇ ਵਾਅਦੇ ਵੀ ਕੀਤੇ ਸੀ। ਹੁੰਦਾ ਤੇ ਕੁਝ ਨਹੀਂ ਹੈ, ਥੋੜਾ ਬਹੁਤਾ ਛਾਂਗਣ ਮੰਗਣ ਜਿਹਾ ਰੁਜ਼ਗਾਰ ਜਿਹੜਾ ਹੁਣ ਹੋ ਜਾਊਗਾ। ਕਿ ਕੁਛ ਕਾਲਜਾਂ ਵਿੱਚ ਭਰਤੀ ਹੋਈ ਆ 1150 ਦੇ ਕਾਲਜਾਂ ਦੇ ਟੀਚਰਾਂ ਦੀ 25 ਸਾਲਾਂ ਬਾਅਦ। ਇਹ ਇੱਕ ਖਾਸ ਗੱਲ ਨੋਟ ਕਰਨ ਵਾਲੀ, 25 ਸਾਲਾਂ ਬਾਅਦ ਭਰਤੀ, ਜਦ 20% ਕਾਲਜਾਂ 'ਚ ਰਹਿ ਗਏ ਸੀ। ਕੁਝ ਅਜੇ ਜਿਹੜੇ ਕੱਚੇ ਮੁਲਾਜ਼ਮ ਹੈ ਉਹ ਪੱਕੇ, ਠੇਕੇ ਵਾਲੇ ਮੁਲਾਜ਼ਮ ਪੱਕੇ ਆ। PRTC ਵਾਲੇ ਧਰਨੇ ਲਾ ਰਹੇ ਆ ਕਿ ਸਾਡਾ ਵੀ, ਜਿਹੜੇ ਪੰਜਾਬ ਰੋਡਵੇਜ਼ ਵਾਲੇ ਆ, ਕਿ ਸਾਡੇ ਵੀ ਠੇਕੇਦਾਰ ਤੇ ਜਿਹੜੇ ਮੁਲਾਜ਼ਮ ਪੱਕੇ ਕਰੋ। ਕਈ ਕੱਚੇ ਬੈਠੇ ਆ, ਉਂਝ ਲੱਗੇ ਹੋਏ ਆ। ਇਹ ਸਾਰਾ ਰੌਲਾ ਕਾਫੀ ਹੈ। ਹੁਣ 8-10 ਦਿਨ ਜਦ ਤੱਕ ਕੋਡ ਨਹੀਂ ਹੈ ਇਹ ਲੱਗਾ ਰਹੂਗਾ। ਪਰ ਬੇਰੁਜ਼ਗਾਰੀ ਦਾ ਮਾਮਲਾ ਇਹਦੇ ਨਾਲੋਂ ਜ਼ਿਆਦਾ ਵੱਡਾ। ਇਕੱਲਾ ਸਰਕਾਰੀ ਨੌਕਰੀਆਂ ਦਾ ਮਾਮਲਾ ਨਹੀਂ ਹੈ। ਰੁਜ਼ਗਾਰ ਜੇ ਪੈਦਾ ਕਰਨੇ ਆ ਤੇ ਉਹਦੇ ਲਈ ਸਾਡੇ ਪੋਲੀਟੀਸ਼ੀਅਨਾਂ ਦੀ ਪ੍ਰਾਇੋਰਟੀ ਉਧਰ ਨੂੰ ਹੋਣੀ ਚਾਹੀਦੀ। ਪਰ ਇਹ ਮੁੱਦੇ ਜਿਹੜੇ ਆ ਕਿਸਾਨਾਂ ਨੂੰ ਸਾਰੇ ਰੱਖਣੇ ਪੈਣਗੇ ਇਹ ਆਪਣੀ ਮੀਟਿੰਗ ਦੇ ਵਿੱਚ, ਕਿ ਸਾਡੇ ਨੌਜਵਾਨਾਂ ਦਾ ਭਵਿੱਖ ਨਹੀਂ ਹੈ, ਬੇਰੁਜ਼ਗਾਰੀ ਹੈਗੀ ਆ, ਤਾਂ ਇਹ ਸਾਰਾ ਹਾਹਾਕਾਰ ਮੱਚੀ ਆ, ਸਾਡੇ ਕਰਜ਼ੇ ਹੈਗੇ ਆ, ਸਾਡੀਆਂ ਲਾਹੇਵੰਦ ਕੀਮਤਾਂ ਨਹੀਂ। ਚੰਨੀ ਨੇ ਚਿੱਠੀ ਦਿੱਲੀ ਨੂੰ ਲਿਖੀ ਹੈ ਜਿਹਦੇ ਵਿੱਚ ਉਹ ਕਹਿੰਦੇ ਕਿ 60% ਜ਼ਿੰਮੇਵਾਰੀ ਤੁਸੀਂ ਲਓ, 40% ਅਸੀਂ ਲੈਂਦੇ ਹਾਂ। ਇਹਦੇ ਵਿੱਚ ਹੀ ਇੱਕ ਨਵਜੋਤ ਸਿੰਘ ਸਿੱਧੂ ਨੇ ਨਵਾਂ ਇੱਕ ਆਪਣਾ ਵਿਚਾਰ ਵੀ ਭੇਜਿਆ ਸਾਰਿਆਂ 'ਚ, ਕਿ ਅਸੀਂ ਕੁਝ ਚੀਜ਼ਾਂ ਦੀ ਜਿਹੜੀ ਜਿੱਥੇ 1000 ਕਰੋੜ ਰੁਪਈਆ ਚਾਹੀਦਾ, ਆਪਾਂ ਕੁਝ ਫਸਲਾਂ ਦੀ ਸਰਕਾਰ ਜ਼ਿੰਮੇਵਾਰੀ ਲਵੇ ਕੇਰਲਾ ਦੀ ਤਰਜ਼ ਤੇ, ਕੇਰਲਾ ਦੀ ਗਵਰਨਮੈਂਟ ਦੀ ਤਰਜ਼ ਤੇ, ਕਿ ਜਿਹਦੇ ਵਿੱਚ ਫਲ ਫਰੂਟ ਸਬਜ਼ੀਆਂ ਹੋਰ ਦਾਲਾਂ ਇਹਨਾਂ ਦੀ ਜਿਹੜੀ ਅਸੀਂ MSP ਸਰਕਾਰ ਕਰੇ। ਜੋ ਸਰਕਾਰ ਦਿੱਲੀ ਵਾਲੀ ਦਿੰਦੀ ਹੈ, ਜੇ ਉਹਦੇ ਨਾਲੋਂ ਘੱਟ ਮਿਲਦਾ ਹੈ ਕਿਸਾਨਾਂ ਨੂੰ, ਤੇ ਉਹਦਾ ਭਾਵ ਅੰਤਰ ਜਿਹੜਾ ਕਿ ਮੱਧ ਪ੍ਰਦੇਸ਼ 'ਚ ਲਾਗੂ ਹੋਇਆ ਸੀ ਉਹ ਵੀ ਸਰਕਾਰ ਸੋਚੇ। ਕਾਫੀ ਕੁਝ ਅਜੇ ਸਕੀਮਾਂ ਚੱਲ ਰਹੀਆਂ, ਪਰ ਕਲੀਅਰਲੀ ਹੋਰ ਜਦੋਂ ਚੋਣ ਮਨੋਰਥ ਪੱਤਰ ਪਾਰਟੀਆਂ ਦੇ ਬਾਹਰ ਆਉਣਗੇ ਤੇ ਸਮਝ ਪਊਗੀ ਕਿ ਕਿਹੜਾ ਕੀ ਆਪਣਾ ਸ਼ਗੂਫਾ ਲੈ ਕੇ ਆਇਆ। ਮੈਂ ਅਜੇ ਤੇ ਸ਼ਗੂਫਾ ਹੀ ਕਵਾਂਗੇ ਜਦ ਤੱਕ ਕੋਈ ਕਿਸੇ ਚੀਜ਼ ਦੀ ਨਿਰਧਾਰਤ ਸਮੇਂ ਦੇ ਵਿੱਚ ਉਸ ਤਰੀਕੇ ਨਾਲ ਲਾਗੂ ਨਹੀਂ ਹੁੰਦਾ। ਕਿਸਾਨਾਂ ਦੀ ਮੀਟਿੰਗ ਜਿਹੜੀ ਅੱਜ ਵਾਲੀ ਹੈ ਇਹ ਇਹਨਾਂ ਸਾਰੇ ਕਾਰਨਾਂ ਕਰਕੇ ਕਾਫੀ ਅਹਿਮ ਹੋਊਗੀ। ਬਿਲਕੁਲ ਬਿਲਕੁਲ। ਪਰ ਪ੍ਰੋਫੈਸਰ ਸਾਹਿਬ ਇਹਦੇ ਵਿੱਚ ਵੱਡਾ ਸਵਾਲ ਜਿਹੜਾ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਸੰਪੂਰਨ ਕਰਜ਼ਾ ਮਾਫੀ, ਇਹ ਕਰਜ਼ਾ ਕਰਦੇ ਕਈ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਨੇ। ਇਸੇ ਕਰਜ਼ੇ ਦੇ ਦੀ ਪੰਡ ਥੱਲੇ ਆ ਕੇ ਆਪਾਂ ਦੇਖ ਰਹੇ ਹਾਂ ਕਿ ਲੋਕਾਂ ਦੇ ਵਿਹੜਿਆਂ ਜਿਹੜਾ ਉਹ ਮਾਤਮ ਛਾਇਆ ਹੋਇਆ। ਪਰ ਨਾਲੋਂ ਨਾਲ ਗੱਲ ਇਹ ਵੀ ਆ ਕਿ ਇਹਨਾਂ ਵਾਅਦਿਆਂ ਦੀ ਬਦੌਲਤ ਜਿਹੜੀ ਆ ਕੈਪਟਨ ਸਾਹਿਬ ਦੀ ਕੁਰਸੀ ਉਹਨਾਂ ਨੂੰ ਵੀ ਗਵਾਉਣੀ ਪਈ ਕਿ ਉਹ ਵਾਅਦੇ ਪੂਰੇ ਨਹੀਂ ਹੋਏ। ਇਸ ਕਰਕੇ ਕਿਸਾਨਾਂ ਦੇ ਮਸੀਹੇ ਜਿਹੜੇ ਉਹ ਪਾਸੇ ਹੋ ਗਏ। ਪਰ ਹੁਣ ਚੰਨੀ ਸਰਕਾਰ ਮਸੀਹਾ ਕਿਉਂ ਨਹੀਂ ਬਣਦੀ? ਕਿਉਂ ਨਹੀਂ ਕਰਜ਼ਾ ਮਾਫ ਹੁੰਦਾ ਇਹਨਾਂ ਤੋਂ? ਜਦ ਸਮਾਂ ਤੁਹਾਡੇ ਕੋਲ ਥੋੜਾ ਹੈ, ਤੁਸੀਂ ਇੱਕ ਵਾਰ ਤਾਂ ਲੀਕ ਮਾਰ ਜਾਓ, ਅਗਲੇ ਦੇਖ ਲੈਣਗੇ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਵਾਪਸ ਆਉਣਾ ਤੇ ਤੁਸੀਂ ਕਹਿ ਦਿਓ ਕਿ ਹੁਣ ਅਸੀਂ ਹੋਰ ਗਾਹ ਤੋਰ ਦਿੰਦੇ ਹਾਂ। ਜਿੰਨਾ ਕੁ ਹੁੰਦਾ ਘੱਟੋ ਘੱਟ ਉਹਨਾਂ ਕੁ ਤਾਂ ਕਰ ਦੇਣ। ਹੁਣ ਸੁਖਵਿੰਦਰ, ਕਰਜ਼ਾ ਮਾਫੀ ਇਹਨਾਂ ਨੇ 5,500 ਕਰੋੜ ਕੀਤਾ। ਉਦੋਂ ਬਾਅਦ ਕੁਛ ਐਗਰੀਕਲਚਰ ਲੇਬਰ ਦਾ ਵੀ ਕੀਤਾ ਸੀ 500-600 ਕਰੋੜ। ਯਾਨੀ ਕੁੱਲ ਮਿਲਾ ਕੇ 6,000 ਕਰੋੜ ਜਾਂ 6,500 ਕਰੋੜ, ਵੱਧ ਤੋਂ ਵੱਧ ਜਿੰਨਾ ਕੁ ਵੀ ਹੋਇਆ ਉਹਨਾਂ ਕੁ ਹੋਇਆ। ਸਾਨੂੰ ਉਮੀਦ ਸੀ ਕਿ 10,000 ਕਰੋੜ ਕਰਨਗੇ, ਕਿਉਂਕਿ ਇਹਨਾਂ ਨੇ ਆਪ ਕਿਹਾ ਸੀ ਅਸੀਂ ਕਰਾਂਗੇ ਫੇਜ਼ ਵਾਈਜ਼ ਤੇ ਸਾਨੂੰ, ਜਦ ਕਿ ਐਸਟੀਮੇਟ ਜਿਹੜਾ ਆ ਉਹ ਕਾਫੀ ਜ਼ਿਆਦਾ। ਪਰ ਇੱਕ ਨਾਲ ਹੀ ਇੱਕ ਹੋਰ ਵੀ ਕਿਸੇ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਸਾਡੀ ਸਟੱਡੀ ਇਹ ਕਹਿੰਦੀ ਆ ਕਿ ਜਿਹੜਾ ਜ਼ਿਆਦਾ ਕਰਜ਼ਾ ਉਹ ਮੂਲ ਦਾ ਨਹੀਂ ਹੈ। 70% ਜਿਹੜਾ ਕਰਜ਼ਾ ਆ ਟੋਟਲ ਕਰਜ਼ੇ ਦਾ ਉਹ ਵਿਆਜ ਦਾ। ਤੇ ਬੈਂਕਾਂ ਜਦੋਂ ਹੋਰਨਾਂ ਲੋਕਾਂ ਦੇ NPA ਕਰਾਰ ਦੇ ਕੇ, NPA ਵੀ ਇਹ ਹੁਣ ਨਾਨ ਪਰਫਾਰਮਿੰਗ ਐਸੈਟ ਹੈ, ਵੀ ਇਹ ਕਰਜ਼ਾ ਡੁੱਬਣ ਵਾਲਾ, ਇਸ ਕਰਕੇ ਘੱਟੋ ਘੱਟ ਉਹਨਾਂ ਨੂੰ ਮੂਲ ਤੇ ਲੈ ਆਉਣ ਤੇ ਮੂਲ ਦੇ ਵਿੱਚ ਕੁਝ ਮਦਦ ਸਰਕਾਰ ਕਰਦੇ, ਪੰਜਾਬ ਦੀ ਸਰਕਾਰ ਕੁਝ ਜਿਹੜਾ ਘਟ ਜੇ। ਪਰ ਜੇ 70% ਕਰਜ਼ਾ ਬੈਂਕਾਂ ਆਪਣਾ ਜਿਹੜਾ ਇੰਟਰਸਟ ਆ ਉਹਨਾਂ ਦਾ ਸੂਦ ਪਰ ਸੂਦ ਲੱਗਿਆ ਹੋਇਆ, ਉਸ ਨੂੰ ਜੇ ਹਟਾਤਾ ਜਾਵੇ, ਜਿਵੇਂ ਸਰ ਛੋਟੂ ਰਾਮ ਨੇ ਇੱਕ ਵਾਰੀ ਕਿਸਾਨੀ ਨੂੰ ਇਹੋ ਜਿਹੀ, ਕਿਉਂਕਿ ਸ਼ਾਹੂਕਾਰਾਂ ਨੇ ਇੰਨਾ ਸੂਦ ਪਾਤਾ ਸੀ ਕਿ ਜਿੰਨਾ ਕਰਜ਼ਾ ਲਿਆ ਉਹਦੇ ਨਾਲੋਂ 2-2 ਗੁਣਾ ਦੇਣ ਤੋਂ ਬਾਅਦ ਵੀ ਕਰਜ਼ਾ ਪਹਿਲੇ ਨਾਲੋਂ ਜ਼ਿਆਦਾ ਖੜਾ ਸੀ ਮੂਲ ਨਾਲੋਂ। ਇਹ ਤੇ ਲੁੱਟ ਦੀ ਹਾਲਤ ਸੀ। ਇਸ ਵੇਲੇ ਵੀ ਭਾਵੇਂ ਉਹ ਬੈਂਕਾਂ ਦਾ ਹੈ, ਭਾਵੇਂ ਸ਼ਾਹੂਕਾਰਾਂ ਦਾ ਹੈ ਜਾਂ ਆੜਤੀਆਂ ਦਾ ਕਰਜ਼ਾ ਆ, ਉਹਦਾ ਪ੍ਰੋਪਰ ਐਸਟੀਮੇਟ ਲਾ ਕੇ ਇਹ ਪਤਾ ਲੈ ਲੈਣਾ ਚਾਹੀਦਾ ਕਿ ਅਸਲ 'ਚ ਅਸਲੀਅਤ ਕੀ ਹੈ। ਨਾ ਕਿ ਸਿਰਫ ਅਸੀਂ ਇੱਕ ਜਣਾ ਕਵੇ ਕਰਜ਼ਾ ਮਾਫ ਕਰੋ, ਦੂਜਾ ਕਵੇ ਮਾਫ ਹੋ ਨਹੀਂ ਸਕਦਾ। ਇਸ ਤਰੀਕੇ ਦੀਆਂ ਗੱਲਾਂ ਕਰਨ ਨਾਲ ਗੱਲ ਇਹ ਸਿਰੇ ਨਹੀਂ ਲੱਗੂਗੀ। ਮੈਂ ਇੱਕ ਗੱਲ ਦੱਸ ਦਿਆਂ, ਕਰਜ਼ਾ ਮਾਫੀ ਅਸਲੀ ਹੱਲ ਨਹੀਂ ਹੈਗਾ। ਇੱਕ ਵਾਰੀ ਤੇ ਉਹਨਾਂ ਨੂੰ ਕੱਢਣਾ ਪਊਗਾ ਕਿਉਂਕਿ ਉਹ ਦਾਬੇ ਇੰਨੇ ਗਏ ਆ। ਅਸਲੀ ਹੱਲ ਇਹ ਆ ਕਿ ਸਾਰੀ ਚੀਜ਼ ਨੂੰ ਲਾਹੇਵੰਦ ਕਿਵੇਂ ਬਣਾਇਆ ਜਾਏ। ਔਰ ਦੂਸਰਾ, ਸਰਕਾਰ ਇਸ ਗੱਲ ਦੀ
ਪੂਰੀ ਗਰੰਟੀ ਦੇਵੇ ਕਿ ਕੋਈ ਵੀ ਪਰਿਵਾਰ ਆ, ਜਿਹੜੇ ਆਮ ਪਰਿਵਾਰ ਆ ਪਿੰਡ ਦੇ ਵਿੱਚ, ਘੱਟੋ ਘੱਟ ਉਹਦੀ ਹਰ ਮਹੀਨੇ 25-30 ਹਜ਼ਾਰ ਰੁਪਏ ਇਨਕਮ ਜ਼ਰੂਰ ਹੋਵੇ। ਜਿਹਦੀ ਇਹਦੇ ਥੱਲੇ ਡਿੱਗਦੀ ਆ, ਜੇ ਇਹਦੇ ਤੋਂ ਥੱਲੇ ਡਿੱਗਦੀ ਆ 25-30 ਹਜ਼ਾਰ ਤੋਂ, ਤਾਂ ਸਰਕਾਰ ਉਹਨੂੰ ਕੰਪਨਸੇਟ ਕਰੇ, ਭਾਵੇਂ ਉਹ ਖੇਤੀ ਚੋਂ ਆ ਭਾਵੇਂ ਕਿਸ ਤਰ੍ਹਾਂ। ਇਹ ਤੇ ਦੇਖੋ ਹਰ ਬੰਦਾ ਮਾਰਕੀਟ 'ਚ ਖਰੀਦਦਾ, ਹਰ ਬੰਦਾ ਜਿਹੜਾ ਇਸ ਵੇਲੇ ਹਰ ਚੀਜ਼ ਉਹਨੇ ਖਰੀਦਣੀ ਆ, ਤਾਂ ਹੀ ਜਿਹੜਾ ਜੀਵਨ ਚੱਲਣਾ। ਵੇਚਣੀ ਤੇ ਇੱਕ ਦੋ ਫਸਲਾਂ ਹੁੰਦੀਆਂ, ਕਿਸੇ ਨੇ ਦੁੱਧ ਵੇਚਣਾ, ਕਿਸੇ ਨੇ ਫਸਲ ਵੇਚਣੀ, ਕਿਸੇ ਨੇ ਕੁਝ ਪੱਠੇ ਦੱਥੇ ਵੇਚਣੇ, ਜੋ ਵੀ ਹੈ। ਇਹ ਪਰ ਇਹ ਤੇ ਹਰ ਜੀਣ ਦਾ ਤੇ ਹੱਕ ਹਰ ਇੱਕ ਦਾ ਨਾ ਬਰਾਬਰ ਦਾ। ਇਹ ਸਾਰੀਆਂ ਵੱਡੀਆਂ ਦੇਸ਼ਾਂ ਦੀਆਂ ਡੈਮੋਕ੍ਰੇਸੀਜ਼ ਵਿੱਚ ਵੀ ਹੈ, ਸਾਡੀ ਵੀ ਡੈਮੋਕ੍ਰੇਸੀ ਬਹੁਤ ਵੱਡੀ ਹੈ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਅਸੀਂ ਆਪਣੇ ਆਪ ਨੂੰ ਕਲੇਮ ਕਰਦੇ ਆ। ਫਿਰ ਜੇ ਇਸੇ ਰਸਤੇ ਚੱਲਣਾ ਤੇ ਫਿਰ ਉਹਦੇ 'ਚ ਸੋਸ਼ਲ ਵੈਲਫੇਅਰ ਦਾ ਐਲੀਮੈਂਟ ਆਉਣਾ ਚਾਹੀਦਾ। ਹਰ ਬੰਦੇ ਨੂੰ, ਜਿਹੜਾ ਗਰੀਬ ਕਿਸਾਨ ਕਿਸ ਤਰੀਕੇ ਨਾਲ ਇੰਨੀ ਕੁ ਇਨਕਮ ਹੋਵੇ, ਤਾਂ ਘੱਟੋ ਘੱਟ ਅਸੀਂ ਜਿਹੜੀ ਆਤਮ ਹੱਤਿਆ ਦੀ ਗੱਲ ਕੀਤੀ ਆ, ਹਰ ਰੋਜ਼ 2 ਤੋਂ 3 ਕਿਸਾਨ ਆਤਮ ਹੱਤਿਆ ਕਰਦੇ, ਉਸ ਨੂੰ ਕਿਤੇ ਨਾ ਕਿਤੇ ਰੋਕ ਸਕਦੇ ਆ। ਲਾਹੇਵੰਦ ਦਾ ਗੱਲ ਇਹ ਹੈ ਕਿ ਕੱਲਾ ਐਮਐਸਪੀ ਨਹੀਂ, ਐਮਐਸਪੀ ਤੇ ਵਧਣੀ ਚਾਹੀਦੀ ਹੈ, ਜੋ ਕਿ C2 ਦਾ ਫਾਰਮੂਲੇ ਤੇ ਆਪਾਂ ਬੜੀ ਵਾਰੀ ਗੱਲ ਕਰ ਚੁੱਕੇ। C2 ਦਾ ਫਾਰਮੂਲੇ ਦਾ ਮਤਲਬ ਇਹ ਹੈ ਸੁਖਵਿੰਦਰ, ਕਿ ਜਿੰਨੇ ਖਰਚੇ ਆਏ ਤੇ ਜਿੰਨੀ ਪਰਿਵਾਰ ਦੀ ਲੇਬਰ ਵੀ ਗਿਣ ਲਈ, ਇਹ ਹੈ A ਤੇ F2, A2 ਤੇ F ਜਿਹੜਾ FL ਕਹਿੰਦੇ ਫੈਮਿਲੀ ਲੇਬਰ, ਇਹ ਜੋੜ ਕੇ ਉਹਦੇ ਉੱਪਰ ਜਿਹੜਾ ਠੇਕੇ ਦੇ ਵੀ ਪੈਸੇ 40-50 ਹਜ਼ਾਰ ਰੁਪਇਆ ਏਕੜ ਦਾ ਠੇਕੇ ਤੇ ਜੇ ਜ਼ਮੀਨ ਕੋਈ ਵਾਹ ਰਿਹਾ, ਉਹਨੂੰ ਜੋੜ ਕੇ ਸਾਰੇ ਖਰਚੇ ਬਣ ਗਏ। ਉਸ ਖਰਚੇ ਦੇ ਉੱਪਰ 1.5 ਗੁਣਾ ਆਪਾਂ ਕੀਮਤ ਦੇਣੀ ਆ, ਤੇ ਹੁਣ ਨਾਲੋਂ ਜਿੰਨੀ ਕੀਮਤ ਮਿਲ ਰਹੀ ਹੈ, ਕਰੀਬ 2.25 ਗੁਣਾ ਜਾਂ 2 ਗੁਣਾ ਕੀਮਤ ਹੈ ਜਿਹੜੀ ਫਸਲ ਦੀ ਕਿਸਾਨਾਂ ਨੂੰ ਮਿਲੂਗੀ। ਉਹ ਤੇ ਇੱਕ ਰਾਹਤ ਮਿਲਣੀ ਚਾਹੀਦੀ, ਕਿਉਂਕਿ ਵਾਅਦੇ ਕੀਤੇ ਆ, ਇਹ ਜ਼ਰੂਰੀ ਵੀ ਹੈ। ਅਗਲੀ ਗੱਲ ਇਹ ਹੈ ਕਿ ਕਿਸਾਨਾਂ ਦੇ ਨੂੰ ਜਾਂ ਤੇ ਟ੍ਰੇਨਿੰਗ ਦੇਣੀ ਪਊ, ਜਾਂ ਸਰਕਾਰ ਨੂੰ ਇਹੋ ਜਿਹੇ ਜ਼ਰੀਏ ਰਸਤੇ ਖੋਲਣੇ ਪੈਣਗੇ ਕਿ ਜਿਹੜੀ ਵੈਲਿਊ ਐਡੀਸ਼ਨ, ਤੁਸੀਂ ਕੱਲਾ ਇਹ ਹੀ ਨਹੀਂ ਕਰੋ ਕਿ ਸਿੱਧੀਆਂ ਚੀਜ਼ਾਂ, ਜਿਵੇਂ ਮਾਰਕੀਟ 'ਚ ਅਸ਼ੋਰਡ ਪ੍ਰਾਈਸ ਮਿਲਣੀ ਆ, ਝੋਨਾ ਸੁੱਟਿਆ, ਵੇਚਿਆ, ਮੁੜ ਕੇ ਆਪਾਂ ਫੇਰ ਚਲੇ ਗਏ, ਫੇਰ ਆਪਣੀ ਅਗਲੀ ਫਸਲ ਹੈ, ਇੰਜ ਨਹੀਂ। ਕੁਛ ਨਾ ਕੁਛ ਸਰਕਾਰ ਨੂੰ ਵੀ ਤੇ ਕਿਸਾਨਾਂ ਨੂੰ ਕੋਆਪਰੇਟਿਵਸ ਬਣਾ ਕੇ ਆਪਣਾ ਉਹ ਕਰਨਾ ਪਊ ਕਿ ਅਸੀਂ ਵੈਲਿਊ ਐਡੀਸ਼ਨ ਕਰੀਏ। ਸਿੱਧੀ ਉਹੀ ਚੀਜ਼ਾਂ ਨੂੰ ਸਿੱਧਾ ਮਾਰਕੀਟ 'ਚ ਵੇਚਣ ਦੀ ਜਗ੍ਹਾ ਪਹਿਲਾਂ ਉਹਨੂੰ ਪ੍ਰੋਸੈਸ ਕਰੀਏ, ਕੁਛ ਨਾ ਕੁਛ ਉਹਦੇ 'ਚ ਹੋਰ ਚੀਜ਼ ਬਣਾਈਏ, ਤਾਂ ਕਿ ਕਿਸਾਨਾਂ ਨੂੰ 4-5 ਗੁਣਾ ਜ਼ਿਆਦਾ ਕੀਮਤ ਉਹਨਾਂ ਚੀਜ਼ਾਂ ਦੀ ਮਿਲ ਸਕੇ। ਇਹ ਇਨਕਮ ਵੱਲੋਂ ਵੀ ਸਾਨੂੰ ਜਦ ਤੱਕ ਵਧਾਉਂਦੇ ਨਹੀਂ, ਉਦੋਂ ਤੱਕ ਕਰਜ਼ਿਆਂ ਨੂੰ ਅਸੀਂ ਰੋਕ ਨਹੀਂ ਸਕਦੇ। ਇਹ ਸਾਰੇ ਸਾਡੇ ਕਿਸਾਨ ਵੀਰ ਸਾਰੀ ਚੀਜ਼ ਸਮਝਦੇ ਆ। ਸਰਕਾਰ ਦੀ ਜੇ ਨੀਤੀ ਹੋਵੇ, ਤਾਂ ਜੋ ਅੱਜ ਮੀਟਿੰਗ ਹੋ ਰਹੀ ਆ, ਇਹ ਗੱਲਾਂ ਵੀ ਕੱਲਾ ਇਹ ਹੀ ਨਹੀਂ ਕਿ ਆਪਾਂ ਆ ਦਿਓ ਚੱਲੀ ਜਾਵੇ, ਉਹ ਕਹਿਣਗੇ ਦੇ ਦਾਂਗੇ, ਬਸ ਇੱਥੇ ਗੱਲ ਖਤਮ ਹੋ ਜਾਏ। ਇਸ ਤਰ੍ਹਾਂ ਨਹੀਂ ਹੋਵੇ। ਇੱਕ ਪਾਸੇ ਵਾਅਦੇ ਹੋਈ ਜਾਣ, ਦੂਜੇ ਪਾਸੇ ਮੰਗ ਹੋਈ ਜਾਏ। ਆਪਾਂ ਕੋਈ ਤੀਜਾ ਰਸਤਾ ਸੋਲਿਡ ਕੱਢੀਏ, ਜਿਸ ਨੂੰ ਕਹੀਏ ਕਿ ਇੱਕ ਪਾਲਿਸੀ ਹੋਵੇ ਪੂਰੀ, ਉਸ ਦਾ ਵਾਅਦਾ ਵੀ ਸਰਕਾਰ ਤੋਂ ਕਿਸਾਨਾਂ ਨੂੰ ਲੈਣਾ ਚਾਹੀਦਾ। ਬਿਲਕੁਲ। ਜਿੱਥੇ ਤੱਕ ਗੱਲ ਪ੍ਰੋਫੈਸਰ ਸਾਹਿਬ ਬੇਰੁਜ਼ਗਾਰੀ ਦੀ ਹੈ, ਹਾਲਾਂਕਿ ਦੇਸ਼ ਦਾ ਮੁੱਦਾ ਆ, ਪਰ ਇਹਦੇ ਵਿੱਚ ਜਦੋਂ ਅਸੀਂ ਪੰਜਾਬ ਨੂੰ ਦੇਖਦੇ ਆ ਤੇ ਇੱਥੇ ਏਦਾਂ ਲੱਗਦਾ ਹੈ ਕਿ ਹੁਣ ਜਿਹੜਾ ਅਗਲਾ ਅੰਦੋਲਨ ਆ ਉਹ ਕਿਤੇ ਬੇਰੁਜ਼ਗਾਰਾਂ ਦਾ ਨਾ ਹੋ ਜੇ। ਦੇਸ਼ ਭਰ ਵਿੱਚ ਵੀ ਹੋ ਸਕਦਾ ਹੈ, ਕਿਉਂਕਿ ਦੇਸ਼ ਭਰ 'ਚ ਬੇਰੁਜ਼ਗਾਰ ਬੈਠੇ ਨੇ। ਸਰਕਾਰ ਕੇਂਦਰ ਦੀ ਵੀ ਕਹਿੰਦੀ ਸੀ ਕਿ ਅਸੀਂ ਰੁਜ਼ਗਾਰ ਦੇਵਾਂਗੇ, ਇਹ ਵੀ ਕਹਿੰਦੇ ਨੇ ਰੁਜ਼ਗਾਰ ਦੀ ਗਰੰਟੀ ਜਿਹੜੀ ਲੋਕ ਮੰਗਦੇ ਨੇ, ਪਰ ਏਦਾਂ ਲੱਗਦਾ ਕਿ ਜਿਵੇਂ ਇਹ ਰੁਜ਼ਗਾਰ ਦੀ ਗਰੰਟੀ ਦੇਣ ਦੀ ਥਾਂ ਤੇ ਬੇਰੁਜ਼ਗਾਰੀ ਦੀ ਗਰੰਟੀ ਦੇ ਰਹੇ ਨੇ। ਮੈਂ ਇੱਥੇ ਨਾਲ ਇਹ ਵੀ ਜੋੜਦਾ ਕਿ ਜਦੋਂ ਅਸੀਂ ਬੀਜੇਪੀ ਵੱਲ ਦੇਖਦੇ ਆ, ਉਹ ਕਹਿੰਦੇ ਅਸੀਂ ਨਵਾਂ ਪੰਜਾਬ ਦੇਣਾ, ਤੇ ਉਹ ਕਹਿੰਦੇ ਨੇ ਕਿ ਉਦਯੋਗ ਪੰਜਾਬ ਦੇ ਵਿੱਚ ਲਿਆਂਦਾ ਜਾਏਗਾ। ਉਦਯੋਗ ਲਿਆ ਕੇ, ਜਿਵੇਂ ਹਰਿਆਣੇ ਤੇ ਹਿਮਾਚਲ ਦੇ ਵਿੱਚ ਅਸੀਂ ਰਿਆਇਤਾਂ ਦਿੱਤੀਆਂ ਨੇ ਉਹਨਾਂ ਨੂੰ, ਇਸੇ ਤਰ੍ਹਾਂ ਪੰਜਾਬ 'ਚ ਦੇਵਾਂਗੇ। ਫਿਰ ਕਹਿੰਦੇ ਉੱਥੇ ਰੁਜ਼ਗਾਰ ਪੈਦਾ ਹੋਏਗਾ। ਠੀਕ ਹੈ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸਰਕਾਰੀ ਨੌਕਰੀਆਂ ਸਾਰਿਆਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ, ਪਰ ਰੁਜ਼ਗਾਰ ਪੈਦਾ ਕਰਨ ਦੇ ਲਈ ਕੀ ਇੱਥੇ ਇੰਡਸਟਰੀ ਨੂੰ ਇਹ ਸਰਕਾਰ ਨਹੀਂ ਲਿਆ ਸਕਦੀ? ਕਿ ਇਹ ਆਪਣੇ ਚੋਣ ਮੈਨੀਫੈਸਟੋ ਜਿਹੜੇ ਪੁੱਛਦੇ ਨੇ ਕਿ ਸਾਨੂੰ ਲੋਕ ਦੱਸਣਗੇ ਕੀ ਚਾਹੀਦਾ, ਲੋਕ ਸਾਨੂੰ ਵੀ, ਮੈਨੂੰ ਵੀ, ਤੁਹਾਨੂੰ ਵੀ ਫੋਨ ਕਰਕੇ ਕਹਿੰਦੇ ਨੇ ਕਿ ਆ ਵੀ ਮੁੱਦਾ ਚੁੱਕ ਲੈਣ, ਫਿਰ ਆ ਵੀ ਪਾਲਣ ਰੋਜ਼ਗਾਰ ਦੀ ਗਰੰਟੀ ਦੇਣਗਾ। ਦੇਖੋ, ਗੱਲਾਂ ਕਰਨੀਆਂ ਸੌਖੀਆਂ, ਇਹ ਚੋਣ ਵਾਅਦੇ ਹੈ ਜ਼ਿਆਦਾ, ਜਾਣੀ ਸੁਹਾਣੇ ਸੁਪਨੇ ਦਿਖਾਉਣ ਵਾਲੇ। ਹਰ ਪਾਰਟੀ ਇਸ ਕੋਸ਼ਿਸ਼ ਵਿੱਚ ਆ ਕਿ ਉਹ ਕਿਹੋ ਜਿਹਾ ਸੁਪਨਾ ਸਜਾਵੇ ਜਿਹੜਾ ਲੋਕੀ ਉਹਨੂੰ ਚਟਮ ਕਰ ਜਾਣ, ਖਾ ਜਾਣ, ਜਾਣੀ ਸਜਾ ਲੈਣ ਆਪਣੇ ਮਨ 'ਚ ਵੀ ਹਾਂ ਇਹ ਕਰਕੇ ਦਊਗੀ ਪਾਰਟੀ, ਲੈ ਵੀ ਆਹ ਤਕੜੀ ਗੱਲ ਕਹੀ ਆ, ਇਹ ਸਾਡੇ ਹਿੱਤ 'ਚ ਕਹੀ, ਬਸ ਆਹ ਕੰਮ ਹੈ। ਨਹੀਂ ਤੇ ਕੋਈ ਵੀ ਪਾਰਟੀ ਆਵੇ, ਇਹ ਕਵੇ ਕਿ ਰੁਜ਼ਗਾਰ ਵਧਾਉਣਾ। ਤੁਸੀਂ ਜਿੰਨੀ ਇੰਡਸਟਰੀ ਹੈਗੀ ਲੁਧਿਆਣੇ ਦੀ, ਮੇਰੀ PhD ਇੰਡਸਟਰੀ ਦੇ ਉੱਤੇ ਹੈ, ਇੰਡਸਟਰੀਅਲ ਲੇਬਰ ਦੇ ਉੱਤੇ ਲੁਧਿਆਣੇ ਤੇ,
ਮੈਂ ਤੇ ਕੱਲੀ ਫੈਕਟਰੀ 'ਚ ਘੁੰਮ ਕੇ ਵੇਖਿਆ। ਉਦੋਂ ਮੇਰੇ ਕੋਲ ਸਾਈਕਲ ਹੁੰਦਾ ਸੀ, ਸਾਰੇ 9 ਮਹੀਨੇ ਮੈਂ ਫਿਰਦਾ ਹੀ ਰਿਹਾ। ਉਹਦੇ 'ਚ ਮੈਂ ਦੇਖਿਆ ਉੱਥੇ ਕਿੰਨੇ ਕੁ ਪੰਜਾਬੀ ਵਰਕਰ ਆ ਬਈ। ਕਿਹਨੂੰ ਰੁਜ਼ਗਾਰ ਦੇਣਾ ਤੁਸੀਂ? ਤੁਸੀਂ ਕਿਸੇ ਨੂੰ ਰੋਕ ਵੀ ਨਹੀਂ ਸਕਦੇ। ਅਸੀਂ ਵੀ ਵਿਦੇਸ਼ਾਂ 'ਚ ਜਾਂਦੇ ਆ। ਦੇਸ਼ ਦਾ ਕਾਨੂੰਨ ਇਹੋ ਜਿਹਾ ਕਿ ਤੁਸੀਂ ਪ੍ਰਾਈਵੇਟ ਐਂਟਰਪ੍ਰੈਨਿਓਰ ਜਿਹੜਾ ਵੀ ਹੈ, ਕੋਈ ਇੰਡਸਟਰੀ ਦਾ ਮਾਲਕ ਆ, ਉਹਨੇ ਆਪਣਾ ਪ੍ਰੋਫਿਟ ਦੇਖਣਾ ਕਿ ਉਹਨੇ ਪੰਜਾਬ ਦੀ ਸੇਵਾ ਦੇਖਣੀ ਆ। ਉਹ ਨਹੀਂ ਦੇਖੂਗਾ ਕਿ ਮੈਂ ਭਈ ਭਾਵੇਂ ਦੁੱਗਣੇ ਮਹਿੰਗੇ ਮਿਲਣ, ਭਾਵੇਂ 1.5 ਗੁਣਾ ਮਹਿੰਗੇ ਮਿਲਣ, ਮੈਂ ਤੇ ਸੁਖਵਿੰਦਰ ਦੇ ਭਰਾ ਨੂੰ ਨੌਕਰੀ ਦੇਣੀ ਭਾਵੇਂ ਮਹਿੰਗੀ ਮਿਲੇ। ਇੰਜ ਨਹੀਂ ਉਹ ਦੇਖਣਗੇ। ਉਹ ਦੇਖਣਗੇ ਕਿ ਮੈਨੂੰ ਸਸਤੇ ਤੋਂ ਸਸਤਾ ਮਜ਼ਦੂਰ ਕਿੱਥੋਂ ਮਿਲੇ। ਉਹ ਮਿਲੂਗਾ ਝਾਰਖੰਡ ਤੋਂ, ਉਹ ਮਿਲੂਗਾ ਉੜੀਸਾ ਤੋਂ, ਉਹ ਮਿਲੂਗਾ ਯੂਪੀ ਤੋਂ, ਉਹ ਮਿਲੂਗਾ ਬਿਹਾਰ ਤੋਂ। ਜੇ ਕੋਈ ਜ਼ਿਆਦਾ ਸਕਿਲਡ ਲੇਬਰ ਆ, ਉਹ ਪੰਜਾਬੀਆਂ ਦੀ ਹੋਊਗੀ, ਉਹਨੂੰ 4 ਪੈਸੇ ਵੱਧ ਦੇ ਕੇ ਉਹਨਾਂ ਨੂੰ ਵੀ ਰੱਖ ਲੈਣਗੇ। ਪਰ ਜਿਹੜੀ ਮਾਸ ਇੰਪਲਾਇਮੈਂਟ ਹੋਊਗੀ, ਉਹ ਤੁਸੀਂ ਲੈ ਲਓ, ਤੁਸੀਂ ਅੰਮ੍ਰਿਤਸਰ ਤੋਂ ਲੈ ਕੇ ਵਾਇਆ ਜਲੰਧਰ, ਲੁਧਿਆਣਾ, ਫਿਰ ਚਲੇ ਚਲੋ ਰਾਜਪੁਰੇ ਤੱਕ, ਜਿੱਥੇ ਵੀ ਇੰਡਸਟਰੀ ਜੀਟੀ ਰੋਡ ਦੇ ਨੇੜੇ ਹੈਗੀ ਆ, ਕਿਹੜੇ ਲੇਬਰ ਆ ਜ਼ਿਆਦਾ, ਦੇਖੋ ਤੇ ਸਹੀ ਜਾ ਕੇ। ਇਹ ਗਰੰਟੀ ਨਹੀਂ ਤੁਸੀਂ ਦੇ ਸਕਦੇ ਕਿ ਇੰਡਸਟਰੀ ਲੱਗੂਗੀ ਤੇ ਨਾਲੋਂ ਨਾਲ ਤੁਹਾਡੀ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਇਹ ਗਰੰਟੀ ਨਹੀਂ। ਹਰਿਆਣੇ ਨੇ ਕੋਸ਼ਿਸ਼ ਕੀਤੀ, 75% ਅਸੀਂ ਲੋਕਲ ਲੋਕਾਂ ਨੂੰ ਪ੍ਰਾਈਵੇਟ ਇੰਡਸਟਰੀ ਦੇ ਵਿੱਚ ਨੌਕਰੀ ਗਰੰਟੀ ਦੇਵਾਂਗੇ। ਉਹ ਜਾ ਕੇ ਕੋਰਟ ਦੇ ਵਿੱਚ ਚੈਲੰਜ ਹੋ ਗਿਆ। ਸਾਡਿਆਂ ਨੇ ਵੀ ਕਿਹਾ ਕਿ ਅਸੀਂ ਦੇਵਾਂਗੇ। ਉਹ ਇੱਥੇ ਵੀ ਚੈਲੰਜ ਹੋ ਜਾਊਗਾ, ਕਿਉਂਕਿ ਤੁਸੀਂ ਜੋ ਸੰਵਿਧਾਨ 'ਚ ਪ੍ਰੋਵੀਜ਼ਨ ਦਿੱਤੇ ਹੋਏ ਆ, ਜਾਂ ਜੋ ਸਾਡੇ ਕਾਰਪੋਰੇਟ ਇੱਕ ਮਾਰਕੀਟ ਓਰੀਐਂਟਡ ਉਹਨਾਂ ਦੀ ਸਾਰੀ ਇਕਨੋਮੀ ਹੈਗੀ ਹੈ ਕਿ ਜਿੱਥੋਂ ਸਭ ਤੋਂ ਸਸਤਾ ਮਿਲੇ ਅਸੀਂ ਉੱਥੋਂ ਖਰੀਦਾਂਗੇ, ਜਿੱਥੇ ਸਭ ਤੋਂ ਮਹਿੰਗਾ ਵਿਕੇ ਅਸੀਂ ਉੱਥੇ ਵੇਚਾਂਗੇ, ਭਾਵੇਂ ਉਹ ਦੇਸ਼ ਦੇ ਅੰਦਰ ਵਿਕੇ ਤੇ ਭਾਵੇਂ ਉਹ ਜਾ ਕੇ ਪਾਕਿਸਤਾਨ 'ਚ ਵਿਕੇ। ਇਹੋ ਹੀ ਕੁਝ ਚੱਲਦਾ। ਇਸ ਚੀਜ਼ ਤੋਂ ਤੁਸੀਂ ਉਹਨਾਂ ਨੂੰ ਜੇ ਰੋਕਾਂਗੇ ਅਸੀਂ ਵੀ ਇੰਜ ਨਹੀਂ ਕਰੋ, ਇੰਜ ਕਰੋ, ਵੀ ਤੁਸੀਂ ਸਮਾਜ ਦੀ ਸੇਵਾ ਵੀ ਕਰੋ, ਸਮਾਜਿਕ ਸੋਸ਼ਲ ਵੈਲਫੇਅਰ ਵੀ ਕਰੋ, ਤਾਂ ਉਸ ਲਈ ਸਰਕਾਰ ਨੂੰ ਬਕਾਇਦਾ ਇੱਕ ਨੀਤੀਗਤ ਫੈਸਲੇ ਲੈਣੇ ਪੈਣਗੇ, ਜਿਹੜੇ ਸੰਵਿਧਾਨ ਦੇ ਵਿਰੁੱਧ ਵੀ ਨਾ ਜਾਣ, ਜਾਂ ਸੰਵਿਧਾਨ ਨੂੰ ਬਦਲਿਆ ਜਾਏ, ਜਾਂ ਤੁਸੀਂ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰੋ, ਜਿੱਥੇ ਤੁਹਾਡੇ ਨਾਲ ਬਾਰ-ਬਾਰ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇੰਟਰਫੀਅਰ ਨਾ ਕਰੇ ਤੁਹਾਡੇ ਫੈਸਲਿਆਂ 'ਚ। ਕੁਛ ਨਾ ਕੁਛ ਇਸ ਤਰ੍ਹਾਂ ਸੋਚਣਾ ਪਊਗਾ। ਜੇ ਸਗੂਫੇ ਛੱਡਣੇ ਆ ਕਿ ਆਹ ਕਰ ਦਿਓ, ਇੰਜ ਹੋ ਜੂ, ਇੰਜ ਹੋ ਜੂ, ਉਸ ਤਰ੍ਹਾਂ ਨਹੀਂ ਹੈ। ਬਕਾਇਦਾ ਇੱਕ ਕਮਿਟਮੈਂਟ ਹੋਵੇ ਪੰਜਾਬ ਲਈ, ਪੰਜਾਬੀਆਂ ਲਈ, ਪੰਜਾਬ ਨੂੰ ਬਚਾਉਣ ਲਈ, ਤਾਂ ਰਸਤੇ ਬਹੁਤ ਆ। ਜੇ ਤੁਸੀਂ ਸਿਰਫ ਚੋਣ ਵਾਅਦੇ ਕਰਨੇ ਆ ਤਾਂ ਫਿਰ ਇਹ ਵਾਅਦੇ ਹੀ ਰਹਿ ਜਾਣਗੇ। ਜਿਸ ਤਰ੍ਹਾਂ ਪਹਿਲਾਂ ਪੰਜਾਬ ਥੱਲੇ ਤੁਰੇ ਜਾਂਦਾ, ਆਉਣ ਵਾਲੇ 5 ਸਾਲਾਂ 'ਚ ਫਿਰ ਹੋਰ ਥੱਲੇ ਚਲੇ ਜੂ ਚਾਰ ਰਦੇ। ਇਹ ਆਪਾਂ ਇਸ ਵਿਸ਼ੀਅਸ ਸਰਕਲ ਚੋਂ, ਇਸ ਭੈੜੇ ਦੌਰ ਚੋਂ ਨਹੀਂ ਨਿਕਲ ਸਕਦੇ ਜਦ ਤੱਕ ਸਾਡੀ ਸੋਲਿਡ ਇੱਕ ਪਲੈਨਿੰਗ ਤੇ ਕਮਿਟਮੈਂਟ ਨਹੀਂ ਨਿਕਲਦੀ ਪੰਜਾਬੀਆਂ ਦੀ ਦੂਸਰਿਆਂ ਪ੍ਰਤੀ, ਖਾਸ ਕਰ ਰੁਜ਼ਗਾਰ ਲਈ ਮੈਂ ਕਹਿ ਰਿਹਾ। ਬਿਲਕੁਲ ਬਿਲकुल। ਜਿੰਨਾ ਜ਼ੋਰ ਜੇ ਹੁਣ ਆਪਾਂ ਅਗਲੀ ਗੱਲ ਕਰੀਏ ਕਿ ਲਾਇਆ ਜਾ ਰਿਹਾ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ, ਲੁੱਕ ਆਊਟ ਨੋਟਿਸ ਵਗੈਰਾ ਵਗੈਰਾ, ਸਿੱਧੂ ਸਾਹਿਬ ਵੀ ਸਾਹਮਣੇ ਆ ਗਏ ਕਿ ਦੇਖੋ ਮੈਂ ਇਸੇ ਕਰਕੇ ਅਸਤੀਫੇ ਦਿੰਦਾ ਸੀਗਾ ਕਿ ਆਹ ਦੇਖੋ ਆਹ ਚੱਲਦਾ ਸੀ 75-25 ਤੇ ਪਹਿਲਾਂ ਉਹ 60-40 ਦੀ ਵੀ ਗੱਲਾਂ ਕਰਦੇ ਸੀ ਇਹ ਸਰਕਾਰ ਹੋਣ ਤੋਂ ਬਾਅਦ, ਪਰ ਹੁਣ ਉਹਨਾਂ ਨੇ ਗੱਲ ਕੱਲੀ 75-25 ਦੀ ਕੀਤੀ ਹੈ ਕਿ ਚੱਲਦਾ ਸੀ, ਮੈਂ ਇਸੇ ਕਰਕੇ ਅਸਤੀਫੇ ਦਿੰਦਾ ਸੀ। ਹੁਣ ਥੋੜੀ ਸੰਤੁਸ਼ਟੀ ਤਾਂ ਹੈ, ਪਰ ਜੋ ਕੁਝ ਅਕਾਲੀ ਦਲ ਵਾਲੇ ਕਰ ਰਹੇ ਨੇ, ਕੀ ਲੱਗਦਾ ਕਿ ਇਹ ਮਤਲਬ ਹੱਥ ਪਾਉਣ ਦੇਣਗੇ ਵਿਕਰਮ ਮਜੀਠੀਆ ਨੂੰ, ਜਾਂ ਫਿਰ ਸਰਕਾਰ ਦੇ ਹੱਥ ਪੱਲੇ ਕੁਝ ਲੱਗੂਗਾ ਕਿ ਇਸੇ ਢੰਗ ਦੇ ਨਾਲ ਬਸ ਸਿਆਸਤ ਹੀ ਹੋਣੀ ਹੈ, ਉਹਨਾਂ ਨੂੰ ਚੋਣ ਜ਼ਾਬਤਾ ਲੱਗ ਜਾਣਾ? ਦੇਖੋ, ਲੋਕਾਂ ਦਾ ਬਹੁਤਾ ਭਰੋਸਾ ਨਾ ਤੇ ਪੋਲੀਟੀਕਲ ਪਾਰਟੀਆਂ ਦੇ ਆ ਤੇ ਨਾ ਬਹੁਤੀ ਹੋਰ ਸਾਡੀ ਜਿਹੜੀ ਨਿਆਂ ਪ੍ਰਣਾਲੀ ਆ ਉਹਦੇ ਤੇ ਰਿਹਾ। ਉੱਥੇ ਵੀ ਢਿੱਲ ਢਾਲ ਹੀ ਜ਼ਿਆਦਾ ਹੈਗੀ ਆ। ਇਸ ਲਈ ਕੀ ਲੋਕ ਕਹਿਣ, ਲੋਕਾਂ ਦਾ ਕੰਸਰਨ ਸਿਰਫ ਇਹ ਹੀ ਨਹੀਂ ਹੈ ਕਿ ਮਜੀਠੀਆ ਅੰਦਰ ਜਾਂਦਾ ਕਿ ਮਜੀਠੀਆ ਬਾਹਰ ਰਹਿੰਦਾ, ਕਿ ਉੱਥੇ ਅਕਾਲੀ ਦਲ ਕਿੱਡੀ ਕੁ ਵੱਡੀ ਹੜਤਾਲ ਕਰਦਾ, ਜਾਂ ਉਹਦੇ ਤੇ ਰੰਧਾਵਾ ਕਿੱਡਾ ਕੁ ਵੱਡਾ ਉਹਦੇ ਤੇ ਬਿਆਨ ਠੋਕਦਾ, ਉਧਰ ਨਵਜੋਤ ਸਿੰਘ ਸਿੱਧੂ ਕਿੱਡੇ ਦੂਰ ਤੱਕ ਫੈਰ ਮਾਰਦਾ। ਉਹ ਲੋਕਾਂ ਦਾ ਚਲੋ ਇੱਕ ਮਨੋਰੰਜਨ ਦਾ ਸਾਧਨ ਅੱਜ ਕੀ ਹੋਇਆ ਥੋੜਾ ਹੋ ਸਕਦਾ। ਜਿਹੜੇ ਅਸਲੀ ਮੁੱਦੇ ਹੈ ਉਹ ਸਿਰਫ ਇੱਕ ਬੰਦੇ ਨੂੰ ਫੜ ਕੇ ਸੁੱਟਣ ਤੱਕ ਥੋੜੀ ਹੈਗੇ। ਮੰਨ ਲਓ ਖੁਦਾ ਨਾ ਖਾਸਤਾ ਇਹ ਅੰਦਰ ਚਲੇ ਜਾਂਦੇ, ਫਿਰ ਨਸ਼ਾ ਬੰਦ ਹੋ ਜੂ। ਅੰਦਰ ਤੇ ਅੱਧਿਓਂ ਵੱਧ ਜੇਲ੍ਹਾਂ ਤੇ ਨਸ਼ਿਆਂ ਵਾਲੇ ਬੰਦਿਆਂ ਦੇ ਜਿਹੜੇ ਵਿਕਟਮ ਹੈਗੇ, ਪੀੜਤ ਹੈਗੇ, ਜਾਂ ਉਹਨਾਂ ਦੇ, ਜਾਂ ਜਿਹੜੇ ਕੋਈ ਪੈਡਲਰ ਸੀ ਛੋਟੇ ਮੋਟੇ, ਉਹਨਾਂ ਨਾਲ ਹੀ ਭਰੀਆਂ ਪਈਆਂ ਜੇਲ੍ਹਾਂ। ਤੇ ਨਸ਼ਾ ਤੁਹਾਨੂੰ ਜੇਲ੍ਹ ਦੇ ਅੰਦਰ ਵੀ ਮਿਲਦਾ, ਲੈ ਲਓ ਜਿੰਨਾ ਵੀ ਲੈਣਾ, ਮਹਿੰਗਾ ਮਿਲਦਾ, ਔਖਾ ਮਿਲਦਾ। ਕਿਹਦੇ ਨਾਲ ਜਾਂਦਾ? ਪੁਲਿਸ ਨਾਲ ਜਾਂਦਾ। ਜੇਲ੍ਹ ਦੇ ਜਿਹੜੇ ਅਧਿਕਾਰੀ ਉਹਨਾਂ ਦੀ ਸਮਝ ਦੇ ਨਾਲ, ਐਵੇਂ ਮਿਲੀ ਭੁਗਤ ਦੇ ਨਾਲ ਜਾਂਦਾ। ਕਿਹੜੀ ਵੀ ਚੀਜ਼ ਲੈ ਲਓ, ਅੰਦਰ ਜਿਹੜੀ ਬਾਹਰ ਨਹੀਂ ਮਿਲਦੀ ਅੰਦਰ ਮਿਲ ਜੂਗੀ। ਇਸ ਲਈ ਇਹ ਜਿਹੜਾ ਸਾਰਾ ਤਾਣਾ ਬਾਣਾ ਹੈ,
ਜਿਹਦੇ ਵਿੱਚ ਰਾਜਨੀਤਿਕ ਲੋਕਾਂ ਦੀ ਆਪਣੀ ਪੈਟਰਨੇਜ ਆ, ਉਹ ਜਾਨੀ ਸਪੋਰਟ ਹੈਗੀ ਆ, ਉਹਨਾਂ ਨੂੰ ਬੈਕਅਪ ਕਰਦੇ ਆ। ਕਿਹਦੇ ਰਾਹੀਂ ਚੱਲਦਾ? ਇਹ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਚੱਲਦਾ ਤੇ ਸਮਗਲਰਾਂ ਦੀ ਮਿਲੀ ਭੁਗਤ ਦੇ ਨਾਲ ਚੱਲਦਾ। ਇਹ ਜਿਹੜਾ ਤਿੰਨਾਂ ਧਿਰਾਂ ਦਾ ਨੈਕਸਸ ਹੈਗਾ, ਉਸ ਨੂੰ ਕਿਵੇਂ ਤੋੜੋਗੇ ਤੁਸੀਂ? ਇਹ ਤੇ ਮੈਨੂੰ ਤੇ ਇੰਜ ਨਹੀਂ ਲੱਗਦਾ ਕਿ ਸਿੰਪਲੀ ਆਪਾਂ ਰਾਜਨੀਤਿਕ ਇਸ਼ੂ ਬਣਾ ਕੇ, ਹਾਂ ਜੀ ਕਹਿੰਦੇ ਜੀ 2004 ਦਾ ਕੇਸ ਸੀਗਾ, ਹੁਣ ਉਹਨੂੰ ਕੱਢ ਕੇ FIR ਦਰਜ ਹੋਈ। ਉਹ FIR ਦਰਜ ਹੋਣ ਲਈ 5 ਤੇ ਕੋਰਟ ਦੀਆਂ ਕੇਸਾਂ, ਰਿਪੋਰਟ ਅਜੇ ਵੀ ਨਹੀਂ ਖੁੱਲੀ, ਰਿਪੋਰਟ ਬਿਨਾਂ ਖੁੱਲਿਆ ਹੁਣ ਚਲੇ ਗਈ ਆ। ਸਾਰੇ ਤੁਹਾਡੇ ਕੋਲ ਵੀ ਆ ਗਈ ਆ ਕਾਪੀ, ਮੇਰੇ ਕੋਲ ਵੀ ਆ ਗਈ। ਉਹ ਜਿਹੜੀ ਰਿਪੋਰਟ SIT ਖੁੱਲਣੀ ਲੈਟਰ ਬੰਬ ਜਿਹਨੂੰ ਅਸੀਂ ਕਹਿੰਦੇ ਸੀ ਵੀ ਕਿਉਂ ਨਹੀਂ ਖੁੱਲ ਰਿਹਾ, ਤੂੰ ਖੁੱਲ ਗਿਆ। ਹੁਣ ਸਾਰੇ ਪੜ੍ਹ ਲਓ, ਜਿਹਨੂੰ ਭੇਜਣਾ ਭੇਜ ਵੀ ਦਿਓ। ਉਹਦੇ ਦੇ ਆਧਾਰ ਤੇ ਇਹਨਾਂ ਨੇ FIR ਦਰਜ ਕੀਤੀ। ਪਰ ਇਹ ਤਾਂ ਬਹੁਤ ਦੇਰ ਪਹਿਲਾਂ ਹੋ ਸਕਦਾ ਸੀ। ਜੇ ਇਹੋ ਹੀ ਕੁਝ ਕਰਨਾ ਸੀ, ਇਹ ਤਾਂ ਬਹੁਤ ਦੇਰ ਪਹਿਲਾਂ ਹੋ ਸਕਦਾ ਸੀ। ਜਾਣ ਬੁੱਝ ਕੇ ਸਰਕਾਰ ਨੇ, ਜਿਵੇਂ ਬਰਗਾੜੀ ਵਾਲਾ ਵੀ ਬੜਾ ਲਟਕਾਇਆ, ਹੁਣ ਪਤਾ ਨਹੀਂ ਉਹਦਾ ਕੀ ਨਵਾਂ ਥੱਲਿਓਂ ਨਿਕਲਦਾ ਜਾਦੂ ਮੰਤਰ, ਕਿਹੜਾ ਨਵੀਂ ਚੀਜ਼ ਨਿਕਲਦੀ ਆ, ਹੈ ਨਾ, ਉਸ ਕਿਸਮ ਦਾ ਹੀ ਜ਼ਿਆਦਾ ਹੋਊਗਾ ਕੋਈ ਇਸ ਤਰੀਕੇ ਨਾਲ ਕਿ ਆਹ ਦੇਖੋ ਅਸੀਂ ਹੁਣ ਕਰਤਾ। ਇਸੇ ਤਰੀਕੇ ਨਾਲ ਮੈਨੂੰ ਲੱਗਦਾ ਜ਼ਿਆਦਾ ਫੋਕਸ ਸੁਖਵਿੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਨਹੀਂ ਹੈ, ਜ਼ਿਆਦਾ ਫੋਕਸ ਆ ਕਿ ਇੱਕ ਬੰਦੇ ਨੂੰ ਫੜ ਕੇ ਵਿਰੋਧੀ ਪਾਰਟੀ ਨੂੰ ਅਸੀਂ ਕਿਵੇਂ ਡਿਫੈਂਸ ਵਿੱਚ ਪਾਉਣਾ, ਔਰ ਉਹ ਸਾਰੀ ਪਾਰਟੀ ਨੂੰ ਇੱਕ ਬਦਨਾਮ ਕਰਕੇ ਅਸੀਂ ਆਪਣੀ ਭਾਲ ਕਿਵੇਂ ਖੱਟਣੀ ਆ, ਉਧਰ ਨੂੰ ਫੋਕਸ ਜ਼ਿਆਦਾ। ਹਾਲਾਂਕਿ ਇੱਕ ਬੰਦੇ ਦੇ ਸੱਜੇ ਖੱਬੇ ਹੋਣ ਨਾਲ ਭਾਵੇਂ ਉਹ ਬਿਲਕੁਲ ਹੀ, ਭਾਵੇਂ ਉਮਰ ਕੈਦ ਦੀ ਸਜ਼ਾ ਵੀ ਦੇ ਦਿਓ, ਤੁਸੀਂ ਇਹ ਇਮੇਜਿਨ ਕਰਕੇ ਦੱਸੋ। ਮੈਂ ਤੇ ਤੁਹਾਡੇ ਤੇ ਵੀ ਸਾਹਮਣੇ ਮੇਰਾ ਸਵਾਲ ਹੈਗਾ, ਤੇ ਸਾਰੇ ਜਿਹੜੇ ਸਾਡੇ ਸੁਣ ਰਹੇ ਆ, ਕਿ ਕੀ ਉਹਦੇ ਨਾਲ ਪੰਜਾਬ ਦੇ ਵਿੱਚ ਨਸ਼ੇ ਖਤਮ ਹੋ ਜਾਣਗੇ? ਪਰ ਇਹਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਕੇਸ ਦੀ ਤਹਿਕੀਕਾਤ ਨਹੀਂ ਕਰਨੀ ਚਾਹੀਦੀ, ਜਾਂ ਲੇਟ ਆ, ਜਾਂ ਸਿਰਫ ਤਮਾਸ਼ਾ। ਮੈਂ ਨਹੀਂ ਇਹ ਗੱਲ ਕਹਿ ਰਿਹਾ, ਕਰਨੀ ਚਾਹੀਦੀ ਆ, ਪਰ ਸਮੁੱਚੇ ਸਿਸਟਮ ਦਾ ਲੱਕ ਕਿਵੇਂ ਤੋੜਿਆ ਜਾਏ, ਜਿਹਨੂੰ ਕਹਿੰਦੇ ਆ, ਜੋ ਕਿ ਕੈਪਟਨ ਕਹਿੰਦਾ ਸੀ ਮੈਂ ਨਸ਼ਿਆਂ ਦਾ ਲੱਕ ਤੋੜ ਦੂੰ ਤੇ ਲਕਵਾ ਹੋ ਜੂ। ਉਹ ਲਕਵਾ ਕੀ ਇੱਕ ਕੜੀ ਦੇ ਨਾਲ ਹੋ ਜੂ? ਮੈਨੂੰ ਨਹੀਂ ਘੱਟੋ ਘੱਟ ਉਮੀਦ। ਮੈਨੂੰ ਲੱਗਦਾ ਕਿ ਜਿਹੜੀਆਂ ਵੱਡੀਆਂ ਧਿਰਾਂ ਆ, ਉਹ ਪਾਰਟੀਆਂ ਦੇ ਅੰਦਰ ਹੀ ਬੈਠੀਆਂ, ਜਿਹੜੀਆਂ ਇਹਨਾਂ ਗੱਲਾਂ ਦੇ ਫਾਇਦੇ ਲੈਂਦੇ ਆ। ਉਹ ਸਾਰੀਆਂ ਕਿਹੜੀ ਪਾਰਟੀ ਅੰਦਰ ਆ? ਜਿੰਨੀਆਂ ਪੁਰਾਣੀਆਂ ਪਾਰਟੀਆਂ, ਜਿੰਨੀਆਂ ਮਜ਼ਬੂਤ ਪਾਰਟੀਆਂ, ਜਿੰਨੀਆਂ ਬਾਰ-ਬਾਰ ਸੱਤਾ 'ਚ ਰਹੀਆਂ ਪਾਰਟੀਆਂ, ਉਹਨਾਂ 'ਚ ਹੀ ਉਹ ਬੰਦੇ ਜ਼ਿਆਦਾ। ਉਹੀ ਪੁਲਿਸ ਦੀ ਦੁਰਵਰਤੋਂ ਕਰਕੇ ਸਾਰਾ ਨਸ਼ਾ ਸਿਸਟੇਮੈਟਿਕਲੀ ਘਰੋਂ ਘਰ ਇਮਾਨਦਾਰੀ ਦੇ ਨਾਲ ਪਹੁੰਚਾ ਰਹੇ ਆ। ਜਿਹਨੂੰ ਵੀ ਚਾਹੀਦਾ ਜਿੰਨਾ ਮਰਜ਼ੀ ਲੈ ਲਓ, ਜਿਹਨੇ ਸਾਡੀ ਜਵਾਨੀ ਨੂੰ ਵੀ ਤੇ ਸਾਡੀ ਅਰਥ ਵਿਵਸਥਾ ਨੂੰ ਵੀ ਕਾਫੀ ਹੱਦ ਤੱਕ ਤਬਾਹ ਕੀਤਾ। ਹਾਂਜੀ ਸੁਖਿੰਦਰ। ਬਿਲਕੁਲ। ਆਖਰੀ ਖਬਰ ਜਿਹੜੀ ਪ੍ਰੋਫੈਸਰ ਸਾਹਿਬ, ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਆ ਕਿ ਏਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਜਿਹੜਾ ਉਹ ਕਿਤੇ ਨਾ ਕਿਤੇ ਹੁੰਝਾ ਵੀ ਫੇਰ ਸਕਦਾ। ਕਿਉਂਕਿ ਲੋਕਾਂ ਦੀ, ਕਈ ਲੋਕਾਂ ਨਾਲ ਮੇਰੀ ਵੀ ਗੱਲਬਾਤ ਹੁੰਦੀ ਰਹਿੰਦੀ ਆ, ਤਾਂ ਲੋਕ ਇਹ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਆ ਉਹਦੇ ਵਿੱਚ ਜਿਹੜਾ ਖਲਾਰਾ ਪਿਆ ਹੋਇਆ ਉਹ ਸਾਨੂੰ ਚੰਗਾ ਨਹੀਂ। ਦੂਜੀ ਗੱਲ, ਜਿਹੜੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੈ, ਉੱਥੇ ਵੀ ਲੋਕਾਂ ਦੀ ਭਰੋਸੇਯੋਗਤਾ ਕਿਤੇ ਨਹੀਂ ਦਿਖਦੀ। ਜਿਹੜੇ ਕੱਟੜ ਨੇ ਉਹ ਤਾਂ ਜੁੜੇ ਹੀ ਹੋਏ ਨੇ, ਜਿਹੜੇ ਕੈਪਟਨ ਸਾਹਿਬ ਨਾਲ ਕੱਟੜ ਨੇ ਉਹਨਾਂ ਨਾਲ ਜੁੜੇ ਹੋਏ ਨੇ, ਕੁਝ BJP ਦੇ ਨਾਲ ਜੁੜੇ ਹੋਏ ਨੇ। ਪਰ ਆਮ ਆਦਮੀ ਪਾਰਟੀ ਨੇ ਕਹਿੰਦੇ ਹੁਣ ਤੱਕ ਕਿਸੇ ਨਾਲ ਗੱਠਜੋੜ ਨਹੀਂ ਕੀਤਾ, ਤੇ ਉਹ ਪੰਜਾਬ ਦੇ ਵਿੱਚ ਕੋਈ ਨਾ ਕੋਈ ਮਾਰਕਾ ਮਾਰ ਸਕਦੇ ਨੇ। ਨਾਲ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਜਾਏ, ਉਹ ਮੈਂ ਛੱਡ ਗਿਆ ਸੀ, ਕਿ ਸਿਹਤ ਪ੍ਰਬੰਧਾਂ ਨੂੰ ਲੈ ਕੇ, ਕਿ ਪੰਜਾਬ ਦੇ ਸਿਹਤ ਪ੍ਰਬੰਧ ਆਮ ਆਦਮੀ ਪਾਰਟੀ ਆਪਣੇ ਦਿਖਾਉਂਦੀ ਹੈ। ਹਰਿਆਣੇ ਵਾਲਿਆਂ ਨੇ ਕਰੋਨਾ ਨੂੰ ਲੈ ਕੇ ਜੋ ਕਿਹਾ ਆ ਕਿ ਟੀਕੇ ਲਵਾਓ, ਇਧਰੋਂ ਪੰਜਾਬ ਵਾਲਿਆਂ ਨੇ ਕਹਿਤਾ, ਪਰ ਲੋਕ ਕਹਿੰਦੇ ਨੇ ਕਿ ਹਸਪਤਾਲਾਂ ਦਾ ਹਾਲ ਤਾਂ ਦੇਖ ਲਓ ਤੁਸੀਂ ਜਾ ਕੇ। ਚੰਗੇ ਪ੍ਰਬੰਧ ਕੀਤੇ ਹੁੰਦੇ ਤੇ ਲੋਕ ਉੱਥੇ ਜਾਂਦੇ, ਹੱਸ ਕੇ ਜਾਂਦੇ। ਲੋਕ ਡਰਦੇ ਮਾਰੇ ਨਹੀਂ ਜਾਂਦੇ ਕਈ ਵਾਰ ਤਾਂ, ਕਿ ਟੀਕੇ ਨਾਲ ਪਤਾ ਨਹੀਂ ਕੀ ਹੋ ਜਾਣਾ। ਨਹੀਂ ਦੇਖੋ, ਇਹ ਤਾਂ ਬੜਾ ਸਿੰਪਲ। ਕੋਈ ਟੀਕਾ ਇਹੋ ਜਿਹਾ ਤੇ ਹੈ ਨਹੀਂਗਾ ਕਿ ਜਿਹੜਾ ਖਾਸ ਬੰਦਾ ਹੀ ਟ੍ਰੇਨਡ ਹੈ ਤੇ ਉਹਨੂੰ ਖਾਸ ਜਗ੍ਹਾ ਤੇ ਹੀ ਲੱਗਦਾ, ਇਸ ਤਰ੍ਹਾਂ ਤੇ ਹੈ ਨਹੀਂਗਾ। ਬਹੁਤ ਵੱਡੇ ਪੱਧਰ ਦੇ ਉੱਤੇ ਟੀਕਾ ਇੱਕ ਲਾਉਣਾ ਕੁਛ ਏਡੀ ਕੋਈ ਖਾਸ ਗੱਲ ਨਹੀਂ ਹੈ। ਉਹ ਟ੍ਰੇਨਡ ਨਰਸਾਂ ਹੋਰ, ਜਾਂ ਉਹਨਾਂ ਨੂੰ ਹੁਣ ਤੱਕ ਬਹੁਤ ਸਾਰੇ ਬੰਦਿਆਂ ਨੂੰ ਮਾਸ ਲੈਵਲ ਤੇ ਡਾਕਟਰਾਂ ਨੂੰ ਟ੍ਰੇਨਡ ਕਰ ਦੇਣਾ ਚਾਹੀਦਾ ਸੀਗਾ। ਤੇ ਜਿਹੜੇ ਵੀ ਬੰਦੇ ਹਰ ਦਫ਼ਤਰ 'ਚ ਜਾਂਦੇ ਆ, ਜਿਵੇਂ ਅਸੀਂ ਬਾਕੀ ਪੋਲੀਓ ਦੇ ਕਿਵੇਂ ਵੈਕਸੀਨ ਅਸੀਂ ਘਰੇ ਲਾਉਂਦੇ ਆ, ਪੋਲੀਓ ਦੇ ਡ੍ਰੌਪਸ ਦਿੰਨੇ ਆ ਨਾ ਘਰੇ ਜਾ ਕੇ। ਇਹ ਟੀਕੇ ਵੀ ਇਸ ਤਰ੍ਹਾਂ ਹੀ ਕਿਉਂ ਨਹੀਂ ਲੱਗਦੇ? ਉਹੀ ਜਿਹੜੀਆਂ ਬੀਬੀਆਂ ਭੈਣਾਂ ਪੋਲੀਓ ਦੇ ਡ੍ਰੌਪ ਲਾਉਂਦੀਆਂ, ਉਹਨਾਂ ਨੂੰ ਕਹਿ ਦੇਣ ਵੀ ਇੱਥੇ ਕੈਂਪ ਲੱਗੇ ਹੋਏ ਆ ਜਾਓ, ਜਿਹਨੇ ਮਾਸ ਲੈਵਲ ਦੇ ਉੱਤੇ ਕੀਤਾ ਜਾਏ। ਹਰ ਕੋਈ ਚਾਹੁੰਦਾ ਆਪਣੇ ਆਪ ਨੂੰ ਜੋਖਮ 'ਚ ਨਹੀਂ ਪਾਉਣਾ ਚਾਹੁੰਦਾ। ਮੈਨੂੰ ਪਤਾ ਹੈ ਕਿ ਮੈਂ ਕਿੰਨੇ ਮੁਸ਼ਕਲ ਦੇ ਨਾਲ 2 ਟੀਕੇ ਲਵਾਏ। ਉਹ ਇਸੇ ਗੱਲ ਦੇ ਡਰ ਦੇ ਮਾਰੇ ਕਿ ਕਿਤੇ ਜੇ ਜਾਣਾ ਪਿਆ ਤਾਂ ਉਹਨਾਂ ਕਹਿਣਾ ਕਿ ਆਹ ਟੀਕੇ ਜਿਹੜੇ ਤੁਸੀਂ ਲਵਾਏ ਨਹੀਂ ਮੁੰਡੇ ਨੂੰ ਵੀ ਲਵਾਏ। ਪਰ ਉਹ ਅਸੀਂ ਤੇ ਲਵਾ ਲਏ, ਪਰ ਆਮ ਬੰਦੇ ਲਈ ਇਹ ਬਹੁਤ ਹੀ ਕਠਿਨ ਤੇ ਔਖਾ ਕੰਮ ਆ। ਉਹਨਾਂ ਦਾ, ਕਈਆਂ ਦਾ ਤੇ ਇੱਕ ਵੀ ਨਹੀਂ ਲੱਗਾ, ਕਈਆਂ ਦਾ
ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਇੱਕ ਅੱਧਾ ਉਹਨਾਂ ਨੇ ਖਾਨਾ ਪੂਰਤੀ ਲਈ ਲਵਾ ਲਿਆ। ਤੇ ਸੁਖਵਿੰਦਰ ਇਹ ਜ਼ਰੂਰੀ ਹੈਗਾ ਕਿ ਲੋਕਾਂ ਨੂੰ ਖੱਜਲ ਖਵਾਰ ਕਰਨ ਦੀ ਜਗ੍ਹਾ ਜੇ ਤੁਸੀਂ ਸਰਕਾਰ ਸੱਚੀ ਮੁੱਚੀ ਚਾਹੁੰਦੀ ਹੈ ਕਿ ਸਾਡੇ ਸਾਰੇ ਵੈਕਸੀਨੇਸ਼ਨ ਹੋ ਜਾਏ ਤਾਂ ਉਹਨਾਂ ਨੂੰ ਗਲੀ ਮਹੱਲਿਆਂ 'ਚ ਖੁਦ ਲੋਕ ਆਪਣੇ ਡਾਕਟਰਾਂ ਨੂੰ, ਨਰਸਾਂ ਨੂੰ, ਜਿਹੜੇ ਹੋਰ ਉਹਨਾਂ ਦੇ ਸੇਵਕ ਹੈਗੇ ਆ, ਸਮਾਜ ਸੇਵੀ ਹੈਗੇ ਆ, ਜਾਂ NHMM ਦਾ ਬੜਾ ਵੱਡਾ ਇੱਕ ਨੈਟਵਰਕ ਦੇਸ਼ ਦੇ ਵਿੱਚ ਹੈਗਾ, ਨੈਸ਼ਨਲ ਹੈਲਥ ਮਿਸ਼ਨ ਦਾ, ਉਹਨਾਂ ਸਾਰਿਆਂ ਨੂੰ ਵਰਤ ਕੇ ਘਰੋ ਘਰੀ, ਜੇ ਆਪਾਂ ਵੋਟਾਂ ਘਰੋ ਘਰੀ ਮੰਗਦੇ ਆ, ਜਾ ਕੇ ਪਰਚੀਆਂ ਘਰੋ ਘਰੀ ਦਿੰਦੇ, ਟੀਕਾ ਘਰੋ ਘਰੀ ਕਿਉਂ ਨਹੀਂ ਲੱਗਦਾ ਬਈ? ਲੱਗ ਸਕਦਾ, ਪਰ ਸਰਕਾਰ ਉਹਦੀ ਜ਼ਿੰਮੇਵਾਰੀ ਲੱਗੇ, ਨਾ ਕਿ ਲੋਕਾਂ ਨੂੰ ਪਿਨਲਾਈਜ਼ ਕਰੇ, ਉਹਨਾਂ ਨੂੰ ਸਜ਼ਾਵਾਂ ਦੇਵੇ ਕਿ ਤੁਸੀਂ, ਤੁਹਾਡੀ ਬੱਸ ਤੇ ਅਸੀਂ ਤੁਹਾਨੂੰ ਨਹੀਂ ਚੜ੍ਹਨ ਦਿਆਂਗੇ, ਤੁਹਾਨੂੰ ਦਫ਼ਤਰ ਤੋਂ ਬਾਹਰੋਂ ਮੋੜ ਦਿਆਂਗੇ ਜੇ ਤੁਸੀਂ ਟੀਕਾ ਨਹੀਂ ਲਵਾਇਆ। ਤੇ ਲਾਓ ਟੀਕਾ, ਉਹ ਕਹੂਗਾ ਮੈਂ ਇੱਥੇ ਬੈਠਾ, ਮੈਂ ਧਰਨਾ ਆ ਮੇਰਾ, ਮੈਂ ਇੱਥੇ ਬੈਠਾ, ਲਾਓ ਮੇਰਾ ਟੀਕਾ, ਮੈਂ ਅੰਦਰ ਜਾਣਾ ਚਾਹੁੰਦਾ। ਇਹ ਸਰਕਾਰ ਦੀ ਵੀ ਤੇ ਕੋਈ ਜ਼ਿੰਮੇਵਾਰੀ ਹੈ ਨਾ, ਇਹ ਤੇ ਤੰਗ ਨਹੀਂ ਕਰਨਾ ਚਾਹੀਦਾ। ਜਿਹੜੀ ਗੱਲ ਆਮ ਆਦਮੀ ਪਾਰਟੀ ਦੇ, ਮੈਂ ਤੇ ਕਹਿੰਦਾ ਕਿ ਜੇ ਉਹਨਾਂ ਦੇ ਠੀਕ ਠਾਕ ਝਾੜੂ ਦੇ ਤੀਲੇ ਇਕੱਠੇ ਹੀ ਹੈ ਤਾਂ ਫਿਰ ਫਿਰਨਾ ਚਾਹੀਦਾ, ਪਰ ਝਾੜੂ ਦੇ ਤੀਲੇ ਖਿਲਰੇ ਵੀ ਹੈਗੇ ਪਿੱਛੇ ਜੇ, ਹੋਰ ਨਾ ਕੋਈ ਖਿਲਰੇ। ਦੂਸਰਾ, ਲੋਕ ਅਜੇ ਵੀ ਦੇਖ ਰਹੇ ਆ ਕਿ ਇੱਥੇ ਮੈਂ ਵੀ ਪੰਜਾਬ 'ਚ ਘੁੰਮ ਕੇ ਆਇਆ ਜਗ੍ਹਾ ਜਗ੍ਹਾ, ਅਬ ਕੀ ਵਾਰ ਕੇਜਰੀਵਾਲ, ਕਿ ਕੀ ਚੀਫ ਮਿਨਿਸਟਰ ਕੇਜਰੀਵਾਲ ਨੂੰ ਬਣਾਉਣਾ ਆ ਜਾਂ ਕਿਸੇ ਹੋਰ ਨੂੰ ਇੱਥੇ ਪੰਜਾਬੀ ਨੂੰ ਬਣਾਉਣਾ। ਇਸ ਗੱਲ ਦਾ ਕੋਈ ਸੋਲਿਡ ਜਿਹਾ ਫੈਸਲਾ ਲੈ ਲੈਣ, ਕਿਉਂਕਿ ਕੇਜਰੀਵਾਲ ਦੇ ਨਾਂ ਤੇ ਹੋ ਰਹੀ ਹੈ ਸਾਰੀ ਕੰਪੇਨ। ਕੋਈ ਭਗਵੰਤ ਮਾਨ ਨਹੀਂ ਦਿਖਦਾ, ਕੋਈ ਹੋਰ ਨਹੀਂ ਦਿਖਦਾ, ਕੋਈ ਨਵਾਂ ਸਿੱਖ ਚਿਹਰਾ, ਜਿਹੜਾ ਕੇਜਰੀਵਾਲ ਨੇ ਕਿਹਾ ਸੀਗਾ ਇੰਨੇ ਗਰੰਟੀਆਂ ਤੇ ਦੇ ਗਏ ਆ, ਗਰੰਟੀ ਪਾਰਟੀ, ਤੇ ਲੋਕ ਕਹਿੰਦੇ ਆ ਇਹਨਾਂ ਨੂੰ। ਪਰ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ, ਉਸਨੇ ਜੇ ਬਿਲਕੁਲ ਹੀ ਸੰਜੀਦਾ ਹੈਗੇ ਆ ਕਿ ਅਸੀਂ ਪੋਲਿਟਿਕਸ ਦੇ ਵਿੱਚ ਸੀਰੀਅਸ ਪੋਲਿਟਿਕਸ ਕਰਨੀ ਆ, ਕਿਉਂਕਿ ਦੂਜੀਆਂ ਪਾਰਟੀਆਂ ਬੜੀਆਂ ਬਦਨਾਮ ਆ, ਇੱਕ ਤੇ ਉਹ ਇੱਥੇ ਪੰਜਾਬ ਦੀ ਪਾਰਟੀ ਨੂੰ ਮਜ਼ਬੂਤ ਕਰਨ, ਕਾਡਰ ਨੂੰ ਮਜ਼ਬੂਤ ਕਰਨ, ਨਾ ਕਿ ਸਿਰਫ ਉੱਪਰੋਂ ਆਪਾਂ ਕਰਕੇ ਲੋਕਾਂ ਦੇ ਨੰਬਰ ਲੈ ਕੇ ਸੋਸ਼ਲ ਮੀਡੀਆ ਰਾਹੀਂ ਫੋਨਾਂ ਦੇ ਨੰਬਰ ਲੈ ਕੇ ਭੇਜ ਕੇ ਤੇ ਆਪਾਂ ਵੋਟਾਂ ਹਰ ਵਾਰੀ ਇਕੱਠੀਆਂ ਝਾੜੂ ਨਾ ਕਰਨ ਦੀ ਕੋਸ਼ਿਸ਼ ਕਰੀਏ। ਉਹ ਇੱਕ ਦੋ ਵਾਰੀ ਤੇ ਹੁੰਦਾ, ਬਾਰ-ਬਾਰ ਨਹੀਂ ਹੁੰਦਾ। ਪਰ ਇਹੀ ਹੈ ਕਿ ਉਹ ਜੇ ਉਹਨਾਂ ਨੇ ਇਸ ਗੱਲ ਦੀ ਉਮੀਦ ਲਾ ਕੇ ਬੈਠੇ ਕਿ ਅਸੀਂ ਐਤਕੀ ਝਾੜੂ ਸਾਰਿਆਂ ਤੇ ਫੇਰ ਦੇਣਾ, ਤਾਂ ਫਿਰ ਉਸ ਵਿਉਂਤਬੰਦੀ ਦਾ ਵੀ ਲੋਕਾਂ ਦੇ ਵਿੱਚ ਸਾਫ਼-ਸਾਫ਼ ਸਾਹਮਣੇ ਨਜ਼ਰ ਆਉਣਾ ਚਾਹੀਦਾ। ਹਾਂਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਹਾਡੀ ਟੀਮ ਦਾ, ਸੁਖਵਿੰਦਰ ਜੀ, ਔਰ ਸਾਡੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਤੈਅ ਲੋਕਾਂ ਨੇ ਕਰਨਾ, 2022 ਦੀਆਂ ਚੋਣਾਂ ਤੇ ਭਾਵੇਂ 2027 ਦੀਆਂ ਚੋਣਾਂ ਆ ਜਾਣ, ਭਾਵੇਂ ਲੋਕ ਸਭਾ ਦੀਆਂ ਹੋਣ ਤੇ ਭਾਵੇਂ ਚੋਣਾਂ ਹੋਣ ਵਿਧਾਨ ਸਭਾ ਦੀਆਂ, ਚੰਗੇ ਉਮੀਦਵਾਰਾਂ ਨੂੰ ਚੁਣੋ, ਕਿਸੇ ਵੀ ਪਾਰਟੀ ਦਾ ਹੋਵੇ। ਅਸੀਂ ਕਿਸੇ ਇਹ ਨਹੀਂ ਕਹਿੰਦੇ ਕਿ ਤੁਸੀਂ ਆਮ ਆਦਮੀ ਪਾਰਟੀ ਨਹੀਂ ਚੰਗੀ, ਜਾਂ ਕਾਂਗਰਸ ਨਹੀਂ ਚੰਗੀ, ਜਾਂ ਅਕਾਲੀ ਦਲ ਨਹੀਂ ਚੰਗਾ। ਉਮੀਦਵਾਰ ਚੰਗਾ ਹੋਵੇ, ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਉਹਨੂੰ ਚੁਣੋ ਤੇ ਉਹ ਤੁਹਾਡੇ ਕੰਮ ਕਰੇ, ਉਹ ਤੋਂ ਜਵਾਬ ਲਓ ਤੇ ਹਿਸਾਬ ਲਓ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰੋ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।